ਹਰ ਨੈਣ ਮਹਿੰਜੇ ਤਰਸ ਦੇ ਕਦ ਪਸੀ ਦੀਦਾਰ ਸੋ ਕਹੋ ਟਲ ਗੁਰ ਸੇਵੀਐ ਅਹਨਸ ਸਹਿਜ ਸੁਹਾਏ ਦਰਸ਼ਨ ਪਰਸੈ ਗੁਰੂ ਕੈ ਜਨਮ ਮਰਨ ਦੁਖ ਜਾਏ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਜਾਮੂ ਏਕਤਾ ਲਖ ਤਉ ਜਿੱਤੀ ਪੈਨਣੇ ਦਰ ਕਿਤੜੇ ਬਾਮਣ ਬਿਰਥਾ ਗਇਓ ਜਨਮ ਜਿਨ ਕੀਤੋ ਸੋ ਵਿਸਰੇ ਸੋਰਠ ਸੋ ਰਸ ਭੀਜੀਐ ਕਬਹੂ ਨ ਟੀਕਾ ਹੋਏ। ਨਾਨਕ ਰਾਮ ਨਾਮ ਗੁਣ ਗਾਈਐ ਦਰਗਹਿ ਨਿਰਮਲ ਸੋਏ। ਜੁਗੋ ਜੁਗ ਅਟਲ ਵਾਲੀਏ ਕੁਲ ਆਲਮ ਮੁਜਸਮੇ ਆਬੇ ਹਯਾਤ ਬਾਣੀ ਦੇ ਬੋਹਿਤ ਧੰਨ ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਤਿੰਨਾਂ ਦੀ ਪਾਵਨ ਪਵਿੱਤਰ ਹਜ਼ੂਰੀ ਦੇ ਵਿੱਚ ਗੁਰਦੁਆਰਾ ਸਿੰਘ ਸਭਾ ਕੌਰਤੀ ਨੋਵਾ ਵਿਖੇ ਜਿਤਨੇ ਕੁ ਪ੍ਰਾਣੀ ਜੁੜ ਬੈਠੇ ਹਨ, ਆਓ ਧੰਨ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਵੱਲੋਂ ਬਖਸ਼ਿਸ਼ ਫਤਿਹ ਦੇ ਨਾਲ ਰਲ ਮਿਲ ਕੇ ਸਾਂਝ ਪਾਈਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਧ ਸੰਗਤ ਜੀ, ਜਦੋਂ ਆਪਾਂ ਸ਼ਬਦ ਨੂੰ ਵਿਚਾਰਦੇ ਆ ਨਾ, ਤੇ ਕਈ ਵਾਰ, ਹਮੇਸ਼ਾ ਨਹੀਂ, ਕਈ ਵਾਰ, ਕਿਉਂਕਿ ਉਦੋਂ ਇੱਕ ਅੰਦਰ ਦੀ ਭਾਵਨਾ ਵੀ ਉੱਦਾਂ ਦੀ ਹੁੰਦੀ ਹੈ। ਤੇ ਸ਼ਬਦ ਕਹਿੰਦਾ ਕਿ ਮੇਰੇ ਤੋਂ ਅੱਗੇ ਲੰਘ ਕੇ ਜਾਣ ਵਾਲਿਆ ਰੁਕ, ਮੇਰੇ ਨਾਲ ਬਾਰ-ਬਾਰ ਵਿਚਾਰ ਕਰ, ਮੇਰੇ ਨਾਲ ਬਾਰ-ਬਾਰ ਗੱਲਾਂ ਕਰ। ਕੱਲ ਆਪਾਂ ਸ਼ਬਦ ਜੋ ਵਿਚਾਰ ਰਹੇ ਸੀ ਉਹਦੀ ਸਿਰਫ ਇੱਕ ਪੰਕਤੀ ਜਿਹੜੀ ਸ਼ਲੋਕ ਦੀ ਹੈ ਉਹਦੀ ਆਪਾਂ ਵਿਚਾਰ ਕੀਤੀ ਹੈ। ਅੱਜ ਵੀ ਆਪਾਂ ਉਸੇ ਵਿਚਾਰ ਨੂੰ ਥੋੜ੍ਹਾ ਜਿਹਾ ਦੁਹਰਾਓ ਦੇ ਕੇ ਫਿਰ ਜਿਹੜੀ ਇਹਦੀ ਦੂਸਰੀ ਪੰਕਤੀ ਹੈ ਉਹਦੇ ਨਾਲ ਵਿਚਾਰ ਕਰਾਂਗੇ। ਸੋ ਪਹਿਲੀ ਪੰਕਤੀ ਜਿਹੜੀ ਸੀਗੀ ਉਹ ਭਾਈ ਸਾਹਿਬ ਜੀ ਨੇ ਪੜ੍ਹੀ ਹੈ, ਜਾ ਮੂੰਹ ਏਕਤਾ ਲਖ, ਜੇਕਰ ਇੱਕ ਪਰਮਾਤਮਾ ਮੇਰੇ ਵੱਲ ਹੋ ਜਾਵੇ ਤੇ ਲੱਖ ਜਿਹੜੇ ਲੋਕ ਹੈ, ਸੰਗਤ ਹੈ, ਜਿਹੜੀ ਦੁਨੀਆ, ਉਹ ਸਾਰੀ ਮੇਰੇ ਪਿੱਛੇ ਚੱਲ ਪਵੇਗੀ ਜੇਕਰ ਪਰਮਾਤਮਾ ਇੱਕ ਮੇਰੇ ਵੱਲ ਹੋ ਜਾਵੇ। ਅਸੀਂ ਇੱਕ ਬਚਨ ਪੜ੍ਹਦੇ ਹਾਂ, ਜਿਸ ਦੇ ਹੋਵੇ ਵੱਲ ਸੋ ਕਦੇ ਨਾ ਹਾਰਦਾ। ਇਹਦਾ ਮਤਲਬ ਉਹਨੂੰ ਹਰਾਉਣ ਵਾਲੇ ਕਈ ਆਏ ਹੈ, ਲੇਕਿਨ ਉਹਦੇ ਵੱਲ ਸਿਰਫ ਤੇ ਸਿਰਫ ਇੱਕ ਪਰਿਪੂਰਨ ਪਰਮਾਤਮਾ। ਇਸੇ ਲਈ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਵਿੱਚ ਇੱਕ ਬਚਨ ਹੈ, ਮਾਨੁ ਕੀ ਟੇਕ ਬਿਰਥੀ ਸਭ ਜਾਨ। ਮਨੁੱਖ ਦੇ ਉੱਪਰ ਨਾ ਕਹਿੰਦੇ ਆਸ ਰੱਖੀ, ਮਾਨੁ ਕੀ ਟੇਕ ਬਿਰਥੀ ਸਭ ਜਾਨ, ਦੇਵਨ ਕਉ ਏਕੈ ਭਗਵਾਨ। ਜਿਸ ਕੇ ਦੀਏ ਰਹੇ, ਉਹਦੇ ਦੇਣ ਦੇ ਨਾਲ ਸਾਡੇ ਅੰਦਰਲੀ ਭੁੱਖ ਮਿਟਣੀ ਹੈ। ਮਾਫ ਕਰਨਾ, ਬੰਦਾ ਜੇ ਬੰਦੇ ਦੀ ਮਦਦ ਕਰ ਰਿਹਾ, ਚਾਹੇ ਉਸ ਬੰਦੇ ਦੇ ਵਿੱਚ ਉਹਦੇ ਮਾਂ-ਬਾਪ ਕਿਉਂ ਨਹੀਂ ਹੈਗੇ, ਲੇਕਿਨ ਉਹਦੀ ਭੁੱਖ ਜਿਹੜੀ ਹੈ ਉਹ ਨਹੀਂ ਮਿਟਦੀ। ਮਾਂ-ਬਾਪ ਜਿੰਨੀਆਂ ਵੀ ਐਫਡੀਆਂ, ਜਿੰਨੇ ਵੀ ਪੈਸੇ ਪ੍ਰਾਪਰਟੀ ਬੱਚੇ ਨੂੰ ਦੇ ਦੇਵੇ, ਜਿੰਨੀ ਦੇਰ ਤੱਕ ਪਰਮਾਤਮਾ ਦੇ ਵੱਲੋਂ ਬਖਸ਼ਿਸ਼ ਨਹੀਂ ਨਾ, ਦਾਤ ਨਹੀਂ ਨਾ ਮਿਲਣੀ, ਉਨੀ ਦੇਰ ਤੱਕ ਉਹਦੇ ਅੰਦਰ ਦੀ ਜਿਹੜੀ ਤ੍ਰਿਸ਼ਨਾ ਉਹ ਨਹੀਂ ਮਿਟਣੀ। ਗੁਰੂ ਅਰਜਨ ਦੇਵ ਜੀ ਦਾ ਇੱਕ ਬਚਨ ਸਾਹਮਣੇ ਆ ਗਿਆ। ਗੁਰੂ ਅਰਜਨ ਦੇਵ ਜੀ ਦੀ ਝੋਲੀ ਦੇ ਵਿੱਚ ਜਦੋਂ ਗੁਰੂ ਰਾਮਦਾਸ ਜੀ ਮਹਾਰਾਜ ਨੇ
ਗੁਰੂ ਨਾਨਕ ਦੇਵ ਜੀ ਦੀ ਬਾਣੀ, ਗੁਰੂ ਅੰਗਦ ਦੇਵ ਜੀ ਦੀ ਬਾਣੀ ਤੇ ਗੁਰੂ ਅਮਰਦਾਸ ਜੀ ਤੇ ਆਪਣੀ ਬਾਣੀ ਜਦੋਂ ਉਹਨਾਂ ਦੀ ਝੋਲੀ ਵਿੱਚ ਪਾਈ ਹੈ। ਗੁਰੂ ਅਰਜਨ ਦੇਵ ਜੀ ਗੁਰਤਾ ਗੱਦੀ ਤੇ ਬਿਰਾਜਮਾਨ ਹੋਏ ਆ। ਤੇ ਜਦੋਂ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਉਸ ਸਾਰੇ ਖਜ਼ਾਨੇ ਨੂੰ ਲਿਆ ਨਾ, ਤੇ ਮਹਾਰਾਜ ਫਿਰ ਨਾ ਕਹਿ ਉੱਠੇ, ਕਹਿੰਦੇ ਹਮ ਧਨਵੰਤ, ਮੈਂ ਕਹਿੰਦੇ ਬੜਾ ਅਮੀਰ ਹੋ ਗਿਆ। ਹੁਣ ਇਹ ਅਮੀਰੀ ਬਾਹਰਲੀ ਅਮੀਰੀ ਨਹੀਂ, ਇਹ ਅਮੀਰੀ ਹੈ ਜਿਹਨੂੰ ਨਿਰੰਕਾਰੀ ਅਮੀਰੀ ਕਹਿੰਦੇ ਆ, ਜਿਹਨੂੰ ਅਧਿਆਤਮਕ ਰੂਪ ਦੇ ਵਿੱਚ ਕਹਿੰਦੇ ਹਮ ਧਨਵੰਤ ਭਾਗਟ ਸਚ ਨਾਏ, ਹਰ ਗੁਣ ਗਾਵਹਿ ਸਹਿਜ ਸੁਭਾਏ। ਪੁੱਛਿਆ ਵੀ ਤੁਸੀਂ ਅਮੀਰ ਕਿੱਦਾਂ ਹੋਏ? ਕਹਿੰਦੇ ਪਿਉ ਦਾਦੇ ਕਾ ਖੋਲ ਡਿੱਠਾ ਖਜ਼ਾਨਾ। ਆ ਹੈ ਕਹਿੰਦੇ ਅਮੀਰੀ, ਪਿਉ ਦਾਦੇ ਕਾ। ਪਿਓ ਮੇਰਾ ਕੌਣ ਹੈ? ਗੁਰੂ ਰਾਮਦਾਸ ਜੀ। ਦਾਦਾ ਕੌਣ ਹੈ? ਸ਼ਬਦ ਇੱਥੇ ਦਾਦੇ ਹੈ। ਪਿਉ ਦਾਦੇ ਕਾ ਨਾਂ ਤੇ ਗੁਰੂ ਅਮਰਦਾਸ ਜੀ ਦਾਦਾ ਲੱਗਦੇ ਆ, ਉਹ ਤੇ ਉਹਨਾਂ ਦਾ ਰਿਸ਼ਤਾ ਨਹੀਂ ਦਾਦੇ ਵਾਲਾ। ਲੇਕਿਨ ਸਾਡੇ ਇੱਕ ਨਾ ਪੰਜਾਬ ਦੀ ਇੱਕ ਆਪਾਂ ਕਹਿ ਲਈਏ ਕਿ ਇੱਕ ਕਹਾਵਤ ਕਹਿ ਲਈਏ, ਜਾਂ ਇੱਕ ਸਾਡੀ ਇੱਕ ਸੋਚ ਹੈ, ਜਦੋਂ ਵੀ ਸਾਡੇ ਘਰ ਵਿੱਚ ਕੋਈ ਬਜ਼ੁਰਗ ਆਵੇ ਨਾ, ਤੇ ਅਸੀਂ ਆਪਣੇ ਬੱਚੇ ਨੂੰ ਕਹਿੰਦੇ ਆ ਕਿ ਪੁੱਤ ਇਹ ਤੇਰੇ ਦਾਦੇ ਦੀ ਉਮਰ ਦਾ, ਤੂੰ ਇਹਨੂੰ ਮੱਥਾ ਟੇਕ ਦੇ। ਹੁਣ ਉੱਥੇ ਦਾਦਾ ਕੌਣ ਹੈ? ਦਾਦਾ ਹੈ ਗੁਰੂ ਅਮਰਦਾਸ ਜੀ ਮਹਾਰਾਜ, ਦਾਦੇ ਹਨ ਗੁਰੂ ਅੰਗਦ ਦੇਵ ਜੀ ਮਹਾਰਾਜ, ਦਾਦੇ ਹਨ ਗੁਰੂ ਨਾਨਕ ਦੇਵ ਜੀ ਮਹਾਰਾਜ। ਗੁਰੂ ਅਰਜਨ ਦੇਵ ਜੀ ਮਹਾਰਾਜ ਫਰਮਾਉਂਦੇ ਹਮ ਧਨਵੰਤ ਭਾਗਟ ਸਚ ਨਾਏ, ਹਰ ਗੁਣ ਗਾਵਹਿ ਸਹਿਜ ਸੁਭਾਏ। ਪਿਉ ਦਾਦੇ ਕਾ ਖੋਲ ਡਿੱਠਾ ਖਜ਼ਾਨਾ, ਤਾਂ ਮੇਰੇ ਮਨ ਭਇਆ ਨਿਦਾਨਾ। ਫਿਰ ਮਹਾਰਾਜ ਕਹਿੰਦੇ ਰਤਨ ਲਾਲ ਜਾਕਾ ਕਛੂ ਨਾ ਮੋਲ, ਇਹਦੀ ਕਹਿੰਦੇ ਕੋਈ ਕੀਮਤ ਨਹੀਂ ਹੈ ਕਹਿੰਦੇ ਦੇ ਸਕਦਾ। ਰਤਨ ਲਾਲ ਜਾਕਾ ਕਛੂ ਨਾ ਮੋਲ, ਭਰੇ ਭੰਡਾਰ ਅਖੂਟ ਅਤੋਲ, ਖਾਵੇਂ ਖਰਚੇ ਰਲ ਮਿਲ ਭਾਈ ਤੋਟ ਨਾ ਆਵੇ। ਤੁਸੀਂ ਆਪ ਦੇਖੋ ਕਿੰਨੇ ਸਾਲਾਂ ਤੋਂ ਤੁਸੀਂ ਕਥਾ ਸੁਣ ਰਹੇ ਹੋ, ਇਹ ਸ਼ਬਦ ਦੀ ਵਿਚਾਰ ਸੁਣ ਰਹੇ ਹੋ। ਹਰ ਵਾਰ ਪ੍ਰਚਾਰਕ ਆਉਂਦਾ ਤੇ ਇਹ ਖਜ਼ਾਨਾ ਜਿਹੜਾ ਕਦੀ ਮੁੱਕਦਾ ਹੀ ਨਹੀਂ। ਖਾਵੇ ਖਰਚੇ ਰਲ ਮਿਲ ਭਾਈ ਤੋਟ ਨਾ ਆਵੇ, ਵੱਧ ਹੋ ਜਾਈ। ਇਹ ਖਜ਼ਾਨਾ ਜਿਹੜਾ ਵੱਧਦਾ ਹੀ ਜਾ ਰਿਹਾ। ਵਧਣ ਦਾ ਮਤਲਬ ਹੈ ਜਿਹੜਾ ਵੀ ਪ੍ਰਚਾਰਕ ਇਸ ਬਾਣੀ ਦੀ ਵਿਚਾਰ ਕਰਦਾ ਨਾ, ਇੱਕ ਤੇ ਉਹਨੂੰ ਆਪਣੇ ਆਪ ਨੂੰ ਅੰਦਰੋਂ ਆਨੰਦ ਮਿਲਦਾ, ਤੇ ਦੂਸਰਾ ਜਿਹੜਾ ਸੁਣਨ ਵਾਲਾ ਉਹਦੇ ਅੰਦਰ ਇੱਕ ਨਵਾਂ ਰਸ, ਇੱਕ ਨਵਾਂ ਆਨੰਦ ਉਹਨੂੰ ਵੀ ਮਿਲਦਾ। ਉਹ ਕਦੀ ਇਹ ਨਹੀਂ ਕਹਿੰਦਾ ਵੀ ਇਹ ਤੇ ਮੈਂ ਪਹਿਲਾਂ ਵੀ ਸੁਣਿਆ, ਕਿਉਂਕਿ ਸਾਹਿਬ ਮੇਰਾ ਨੀਤ ਨਵਾਂ, ਸਾਹਿਬ ਮੇਰਾ ਨੀਤ ਨਵਾਂ। ਤੁਸੀਂ ਜਪਜੀ ਸਾਹਿਬ ਕਦੋਂ ਤੋਂ ਪੜ੍ਹਦੇ ਆ ਰਹੇ ਹੋ? ਕਈ ਸਾਲਾਂ ਤੋਂ। ਕਦੀ ਕਿਹਾ ਕਿ ਅੱਜ ਨਹੀਂ ਪੜ੍ਹਨਾ, ਇਹ ਤੇ ਮੈਂ ਕੱਲ ਪੜ੍ਹਿਆ, ਕਿਉਂਕਿ ਉਹਦਾ ਰਸ ਹੀ ਰੋਜ਼ ਜਿਹੜਾ ਨਵਾਂ ਆਉਂਦਾ। ਇਸੇ ਲਈ ਮਹਾਰਾਜ ਕਹਿੰਦੇ ਸਾਹਿਬ ਮੇਰਾ ਨੀਤ ਨਵਾਂ, ਸਦਾ ਸਦਾ ਦਾਤਾਰ, ਜਾਂ ਮੂੰਹ ਇੱਕ ਤਾਂ ਲੱਖ। ਜੇਕਰ ਤੂੰ ਪਰਮਾਤਮਾ ਮੇਰੇ ਵੱਲ ਹੋ ਜਾਵੇ ਨਾ, ਤੇ ਆਹ ਜਿਹੜੀ ਸ੍ਰਿਸ਼ਟੀ ਹੈ ਨਾ, ਇਹ ਸਾਰੀ ਜਿਹੜੀ ਹੈ ਮੇਰੇ ਵੱਲ ਹੋ ਜਾਵੇ। ਮਹਾਰਾਜ ਕਹਿੰਦੇ ਹੈ ਇਨਸਾਨ ਦੇ ਕੋਲੋਂ ਨਾ ਮੰਗੀ, ਇਨਸਾਨ ਦੇ ਕੋਲੋਂ ਨਾ ਮੰਗੀ, ਇਨਸਾਨ ਦੀਆਂ ਸਿਫਤਾਂ ਨਾ ਕਰੀ, ਇਨਸਾਨ ਦੀਆਂ ਵਡਿਆਈਆਂ ਨਾ ਕਰੀ। ਇਨਸਾਨ ਦੀਆਂ ਵਡਿਆਈਆਂ ਤੇਰੀਆਂ ਕੀਤੀਆਂ ਉਹ ਇੱਥੇ ਹੀ ਰਹਿ ਜਾਣੀਆਂ। ਜੇ ਕਿਤੇ ਤੂੰ ਗੁਰੂ ਨਾਨਕ ਦੀ ਵਡਿਆਈ ਦੇ ਨਾਲ ਜੁੜ ਗਿਆ, ਗੁਰੂ ਨਾਨਕ ਤੈਨੂੰ ਫਰਸ਼ਾਂ ਤੋਂ ਚੱਕ ਕੇ ਅਰਸ਼ਾਂ ਤੇ ਪਹੁੰਚਾ ਦੇਵੇਗਾ। ਸਾਡੇ ਹਾਲਾਤ ਕੀ ਹੈ? ਅਸੀਂ ਜ਼ਿਆਦਾ ਇਨਸਾਨ ਨੂੰ ਅਹਿਮੀਅਤ ਦਿੰਦੇ ਹਾਂ, ਪਰ ਮਹਾਰਾਜ ਕਹਿੰਦੇ ਤੂੰ ਜੇ ਸਿਫਤ ਕਰਨੀ ਆ ਨਾ, ਤੇ ਉਸ ਪਰਿਪੂਰਨ ਪਰਮਾਤਮਾ ਦੀ ਸਿਫਤ ਕਰ। ਇੱਕ ਐਸਾ ਸਮਾਂ ਆਵੇਗਾ ਜਿਹਦੀ ਤੂੰ ਸਿਫਤ ਕਰ ਰਿਹਾ, ਉਹ ਬਾਂਹ ਫੜ ਕੇ ਤੈਨੂੰ ਆਪਣੇ ਵਿੱਚ ਹੀ ਮਿਲਾ ਦੇਵੇਗਾ। ਤੁਸੀਂ ਜਪਜੀ ਸਾਹਿਬ ਪੜ੍ਹਦੇ ਹੋ, ਉਹ 'ਚ ਪੌੜੀ ਆਉਂਦੀ ਹੈ ਸਿਫਤ ਦੀ, ਸਾਲਾਹੀ ਸਾਲਾਹੇ। ਉਸ ਪਰਮਾਤਮਾ ਦੀ ਸਿਫਤ ਕਰ ਜਿਹੜਾ ਸਲਾਹੁਣ ਯੋਗ ਹੈ। ਸਾਲਾਹੀ ਸਾਲਾਹੇ ਏਤੀ ਸੁਰਤ ਨਾ ਪਾਈਆ, ਜਾਂ ਮੂੰਹ ਤਾਂ ਇੱਕ। ਤੂੰ ਉਹਦੀ ਸਿਫਤ ਕਰ ਉਹਦੇ ਨਾਲ, ਜੇ ਉਹ ਤੇਰੇ ਵੱਲ ਹੋ ਜਾਵੇ, ਜੇ ਤੂੰ ਉਹਦੀ ਸਿਫਤ ਨਾਲ ਜੁੜ ਜਾਵੇ। ਸਾਲਾਹੀ ਸਾਲਾਹੇ ਏਤੀ ਸੁਰਤ ਨਾ ਪਾਈਆ, ਨਦੀਆਂ ਅਤੇ ਵਾਹ ਪਵੇ ਸਮੁੰਦ ਨਾ ਜਾਣੀਐ। ਪਵੇ ਸਮੁੰਦ ਨਾ, ਹੁਣ ਸਮੁੰਦਰ ਦੇ ਵਿੱਚ ਨਾ ਨਿੱਕੀਆਂ ਨਿੱਕੀਆਂ ਨਦੀਆਂ ਤੇ ਨਿੱਕੇ ਨਿੱਕੇ ਵਾੜੇ ਪਏ। ਜਦੋਂ ਆ ਕੇ ਸਮੁੰਦਰ ਦੇ ਵਿੱਚ ਮਿਲੇ ਹੈ, ਤੇ ਉਹ ਨਦੀਆਂ ਤੇ ਵਾੜੇ ਇਹ ਨਹੀਂ ਕਹਿ ਸਕਦੇ ਵੀ ਅਸੀਂ ਇਹ ਤੋਂ ਵੱਖ ਹਾਂ, ਹੁਣ ਉਹ ਉਹਦਾ ਹੀ ਰੂਪ ਹੋ ਗਏ। ਮਹਾਰਾਜ ਕਹਿੰਦੇ ਹੈ ਇਸੇ ਲਈ ਤੂੰ ਉਸ ਪਰਿਪੂਰਨ ਪਰਮਾਤਮਾ ਦੀ ਸਿਫਤ ਨਾਲ ਜੁੜ। ਜਦੋਂ ਉਹਦੀ ਸਿਫਤ ਨਾਲ ਜੁੜੇਗਾ, ਤੂੰ ਇੱਕ ਨਦੀ ਹੈ,
ਤੂੰ ਇੱਕ ਵਾੜਾ ਹੈ, ਪਰਿਪੂਰਨ ਪਰਮਾਤਮਾ ਇੱਕ ਮਾਨ ਸਰੋਵਰ ਹੈ। ਜਦੋਂ ਤੂੰ ਉਹਦੇ ਨਾਲ ਜੁੜੇਗਾ, ਮਾਨ ਸਰੋਵਰ ਦੇ ਵਿੱਚ ਪਵੇਂਗਾ, ਤੂੰ ਉਹਦਾ ਹੀ ਰੂਪ ਹੋ ਜਾਵੇਂਗਾ। ਇੱਕ ਨਾ 4-5 ਵਿਦਵਾਨ ਕਿਸੇ ਦਰਿਆ ਦੇ ਲਾਗੇ ਬੈਠੇ ਸੀਗੇ ਤੇ ਸਾਰੇ ਆਪਣੇ ਆਪਣੇ ਅੰਦਾਜ਼ੇ ਲਗਾ ਰਹੇ ਹੈ ਜੀ, ਦਰਿਆ ਕਿੰਨਾ ਕੁ ਡੂੰਘਾ ਹੈ, ਸਮੁੰਦਰ ਕਿੰਨਾ ਕੁ ਡੂੰਘਾ ਹੈ। ਚਲੋ ਦਰਿਆ ਕਹਿ ਲਓ, ਸਮੁੰਦਰ ਕਹਿ ਲਓ, ਕੁਛ ਵੀ ਕਹਿ ਲਓ ਸਾਰੇ, ਲੇਕਿਨ ਵਿੱਚ ਕੋਈ ਨਾ ਵੜੇ। ਸਾਰੇ ਕਿਨਾਰਿਆਂ ਤੇ ਬੈਠ ਕੇ ਮੇਰੇ ਵਰਗੇ ਵਿਦਵਾਨ ਬੈਠੇ ਹੈ ਤੇ ਉਹਨਾਂ ਦਾ ਅੰਦਾਜ਼ਾ ਲਗਾ ਰਹੇ ਆ, ਆਪਣਾ ਆਪਣਾ ਅੰਦਾਜ਼ਾ ਲਗਾ ਰਹੇ ਆ। ਉੱਥੋਂ ਚੱਲਦਿਆਂ ਚੱਲਦਿਆਂ ਇੱਕ ਲੂਣ ਦੀ ਡਲੀ ਆਈ। ਲੂਣ ਦੀ ਡਲੀ ਆਈ। ਲੂਣ ਦੀ ਡਲੀ ਕਹਿੰਦੀ ਵੀ ਤੁਸੀਂ ਇੱਥੇ ਕੀ ਕਰਦੇ ਪਏ ਹੋ? ਕਹਿੰਦੇ ਅਸੀਂ ਸਮੁੰਦਰ ਦਾ ਅੰਦਾਜ਼ਾ ਲਗਾ ਰਹੇ ਹਾਂ ਕਿੰਨਾ ਕੁ ਡੂੰਘਾ। ਕਹਿੰਦੀ ਮਾਰੋ ਛਾਲ ਤੇ ਕਹਿੰਦੀ ਆਪਣੇ ਵਿੱਚੋਂ ਪਤਾ ਕਰਕੇ ਉਹ ਕਹਿੰਦੇ ਮੁੜ ਕੇ ਬਾਹਰ ਕਿੱਦਾਂ ਨਿਕਲਣਾ, ਅਸੀਂ ਤਾਂ ਡੁੱਬ ਜਾਣਾ। ਤੇ ਉਹ ਫਿਰ ਲੂਣ ਦੀ ਡਲੀ ਕਹਿੰਦੀ ਫਿਰ ਰੁਕੋ, ਮੈਂ ਤੁਹਾਨੂੰ ਦੱਸਦੀ ਹਾਂ ਇਹ ਸਮੁੰਦਰ ਦੀ ਕਿੰਨੀ ਗਹਿਰਾਈ ਹੈ। ਲੂਣ ਦੀ ਡਲੀ ਨੇ ਛਾਲ ਮਾਰੀ। ਉਹ ਜਿੱਦਾਂ ਜਿੱਦਾਂ ਲੂਣ ਦੀ ਡਲੀ ਅੰਦਰ ਜਾ ਰਹੀ ਹੈ, ਹੇਠਾਂ ਜਾ ਰਹੀ ਹੈ, ਉਹ ਉਸ ਸਮੁੰਦਰ ਦਾ ਹੀ ਰੂਪ ਹੋਈ ਜਾ ਰਹੀ ਹੈ। ਮੇਰੇ ਕਹਿਣ ਤੋਂ ਭਾਵ ਮਹਾਰਾਜ ਕਹਿੰਦੇ ਸਾਲਾਹੀ ਸਾਲਾਹੇ ਏਤੀ ਸੁਰਤ ਨਾ ਪਾਈਆ ਨਦੀਆਂ ਅਤੇ ਵਾਹ। ਉਹ ਜਿੱਦਾਂ ਨਦੀਆਂ ਤੇ ਨਿੱਕੇ ਨਿੱਕੇ ਨਾਲੇ ਉਹ ਸਮੁੰਦਰ ਦੇ ਵਿੱਚ ਵੜਦੇ ਆ ਨਾ ਤੇ ਸਮੁੰਦਰ ਦਾ ਹੀ ਰੂਪ ਹੋ ਜਾਂਦੇ ਆ। ਇੱਕ ਥਾਂ ਤੇ ਮਹਾਰਾਜ ਕਹਿੰਦੇ ਆ ਕਿ ਜਿਹੜਾ ਪਰਿਪੂਰਨ ਪਰਮਾਤਮਾ ਦੀ ਸਿਫਤ ਕਰਦਾ, ਜਿਹੜਾ ਪਰਿਪੂਰਨ ਪਰਮਾਤਮਾ ਦੀ ਸਿਫਤ ਸੁਣਦਾ ਬੜੇ ਧਿਆਨ ਦੇ ਨਾਲ, ਇਹ ਬਖਸ਼ਿਸ਼ ਤੋਂ ਬਗੈਰ ਨਹੀਂ ਉਹ ਸੁਣੀ ਜਾਂਦੀ। ਜਿਸ ਨੂੰ ਬਖਸ਼ੇ ਸਿਫਤ ਸਲਾਹ, ਇਹ ਵੀ ਬਖਸ਼ਿਸ਼ ਹੈ ਜੀ, ਜਿਸ ਨੂੰ ਬਖਸ਼ੇ ਸਿਫਤ ਸਲਾਹ ਨਾਨਕ ਪਾਤਸ਼ਾਹੀ ਪਾਤਸ਼ਾਹ, ਉਹ ਪਾਤਸ਼ਾਹਾਂ ਦਾ ਪਾਤਸ਼ਾਹ ਬਣ ਜਾਂਦਾ। ਮਹਾਰਾਜ ਕਹਿੰਦੇ ਜਾਂ ਮੂੰਹ ਇੱਕ ਤਾਂ ਲੱਖ, ਜੇ ਉਹ ਪਰਮਾਤਮਾ ਕਿਤੇ ਇੱਕ ਮੇਰੇ ਵੱਲ ਹੋ ਜਾਵੇ, ਉਹਦੇ ਨਾਲ ਮੇਰੀ ਸਾਂਝ ਪੈ ਜਾਵੇ ਤੇ ਲੱਖ ਜਿਹੜੀ ਸ੍ਰਿਸ਼ਟੀ ਹੈ ਉਹ ਮੇਰੇ ਵੱਲ ਦੀ ਹੋ ਜਾਂਦੀ ਹੈ। ਤਉ ਜਿਤੇ ਪਹਿਨਣੇ ਦਰ ਕਿਤੜੇ। ਕੱਲ ਵੀ ਆਪਾਂ ਇਹਦੇ ਅਰਥ ਕੀਤੇ ਸੀਗੇ। ਹਰ ਇੱਕ ਪਤਾ ਨਹੀਂ ਕਿੰਨੀ ਕੁ ਉਹਨਾਂ ਦੀ ਗਿਣਤੀ ਹੈ ਜਿਹੜੇ ਪਰਮਾਤਮਾ ਦੇ ਦਰਵਾਜ਼ੇ ਤੇ ਖੜੇ ਹੈ ਔਰ ਆਪਣੀਆਂ ਝੋਲੀਆਂ ਅੱਡ ਕੇ ਉਹਦੇ ਕੋਲੋਂ ਭੀਖ ਮੰਗ ਰਹੇ। ਇੱਕ ਸਾਖੀ ਦੇ ਨਾਲ ਜੋੜਾਂ, ਕਿਉਂਕਿ ਸਾਖੀ ਦੇ ਨਾਲ ਨਾ ਸਮਝਣਾ ਸੌਖਾ ਹੋ ਜਾਂਦਾ। ਇਤਿਹਾਸ ਸਾਡਾ ਕਹਿੰਦਾ ਪਿਆ ਗੁਰੂ ਅੰਗਦ ਦੇਵ ਜੀ ਮਹਾਰਾਜ ਜਦੋਂ ਅੰਮ੍ਰਿਤ ਵੇਲੇ ਖਡੂਰ ਸਾਹਿਬ ਦੀ ਧਰਤੀ ਤੇ ਆਪਣੇ ਘਰ ਤੋਂ ਬਾਹਰ ਨਿਕਲਦੇ ਸੀ ਨਾ, ਤੇ ਉਹਨਾਂ ਦੇ ਬਾਹਰਲੇ ਦਰਵਾਜ਼ੇ ਤੇ ਪਤਾ ਨਹੀਂ ਕਿੰਨੇ ਕੁ ਰੋਗੀ ਖੜੇ ਹੁੰਦੇ ਸਨ। ਇਹ ਗੁਰੂ ਗ੍ਰੰਥ ਸਾਹਿਬ ਦੇ ਬਚਨ ਹੈ, ਪ੍ਰਮਾਣ ਦੇ ਕੇ ਜਾਵਾਂਗਾ, ਆਪਣੇ ਕੋਲੋਂ ਨਹੀਂ। ਕਿਉਂਕਿ ਗੁਰੂ ਅੰਗਦ ਦੇਵ ਜੀ ਮਹਾਰਾਜ ਜਦੋਂ ਉਹਨਾਂ ਤੇ ਆਪਣੀ ਰੂਹਾਨੀਅਤ ਭਰੀ ਦ੍ਰਿਸ਼ਟੀ ਨਾਲ ਦੇਖਦੇ ਸੀ ਨਾ, ਰੋਗੀ ਕਿਉਂ ਖੜੇ ਸਨ? ਭੀਖ ਮੰਗਦੇ ਸੀ ਕਿ ਸਾਡਾ ਰੋਗ ਦੂਰ ਹੋ ਜਾ, ਭੀਖ ਮੰਗਦੇ ਸੀਗੇ। ਤੇ ਆਪਾਂ ਕੱਲ ਲਿਆ ਸੀ ਪ੍ਰਮਾਣ, ਜਗਤ ਭਿਖਾਰੀ ਫਿਰਤ ਹੈ, ਇਹ ਸਾਰਾ ਸੰਸਾਰ ਜਿਹੜਾ ਭਿਖਾਰੀ ਹੈ। ਤੇ ਉਹ ਗੁਰੂ ਅੰਗਦ ਦੇਵ ਜੀ ਮਹਾਰਾਜ ਜਦੋਂ ਆਪਣੇ ਦਰਵਾਜ਼ੇ ਤੋਂ ਅੰਮ੍ਰਿਤ ਵੇਲੇ ਬਾਹਰ ਆਉਂਦੇ ਸੀ ਨਾ, ਤੇ ਰੋਗੀਆਂ ਦੀਆਂ ਲਾਈਨਾਂ ਲੱਗੀਆਂ ਹੁੰਦੀਆਂ ਸੀਗੀਆਂ। ਕਿਸੇ ਨੂੰ ਦੁੱਖ, ਕਿਸੇ ਨੂੰ ਤਨ ਦਾ ਰੋਗ, ਕਿਸੇ ਨੂੰ ਮਨ ਦਾ ਰੋਗ, ਕਿਸੇ ਨੂੰ ਹੋਰ ਕਾਸੇ ਦਾ ਰੋਗ। ਉਹ ਜਦੋਂ ਗੁਰੂ ਅੰਗਦ ਦੇਵ ਜੀ ਮਹਾਰਾਜ ਉਹਨਾਂ ਦੇ ਉੱਪਰ ਆਪਣੀ ਪਾਵਨ ਪਵਿੱਤਰ ਰੂਹਾਨੀਅਤ ਦੀ ਦ੍ਰਿਸ਼ਟੀ ਪਾਉਂਦੇ ਸੀ ਨਾ, ਤੇ ਉਹਨਾਂ ਦੇ ਰੋਗ ਜਿਹੜੇ ਆ ਕੱਟੇ ਜਾਂਦੇ ਸੀ। ਪੱਟ ਸਾਹਿਬਾਨਾਂ ਨੇ ਜਦੋਂ ਗੁਰੂ ਅੰਗਦ ਦੇਵ ਜੀ ਦੀ ਸਿਫਤ ਕੀਤੀ ਨਾ, ਕਹਿੰਦੇ ਜਾਕੀ ਦ੍ਰਿਸ਼ਟ, ਜਾਕੀ ਦ੍ਰਿਸ਼ਟ, ਗੁਰੂ ਅੰਗਦ ਦੇਵ ਜੀ ਦੀ ਸਿਫਤ ਕਰਦੇ ਆ ਭੱਟ ਸਾਹਿਬਾਨ। ਕਹਿੰਦੇ ਜਾਕੀ ਦ੍ਰਿਸ਼ਟ ਅੰਮ੍ਰਿਤ ਧਾਰ, ਉਹਦੀ ਦ੍ਰਿਸ਼ਟੀ ਦੇ ਵਿੱਚੋਂ ਅੰਮ੍ਰਿਤ ਨਿਕਲਦਾ ਪਿਆ। ਕਹਿੰਦੇ ਜਾਕੀ ਦ੍ਰਿਸ਼ਟ ਅੰਮ੍ਰਿਤ ਧਾਰ, ਕਾਲਖ ਖੰਨ ਉਤਾਰ, ਤਿਮਰ ਅਗਿਆਨ ਜਾਹੇ ਦਰਸ ਦੁਆਰ। ਤਿਮਰ ਅਗਿਆਨ ਕਹਿੰਦੇ ਪਤਾ ਨਹੀਂ ਕਿੰਨੇ ਸਾਲਾਂ ਦਾ ਹਨੇਰਾ ਜਿਹੜਾ ਅੰਦਰ ਸੀ ਨਾ, ਜਦੋਂ ਗੁਰੂ ਅੰਗਦ ਦੇਵ ਜੀ ਮਹਾਰਾਜ ਦੇ ਦਰਸ਼ਨ ਹੁੰਦੇ ਸਨ ਨਾ, ਤੇ ਅੰਦਰਲਾ ਹਨੇਰਾ ਜਿਹੜਾ ਉਹ ਖਤਮ ਹੋ ਜਾਂਦਾ ਸੀ। ਇਸੇ ਲਈ ਬਾਣੀ ਗੁਰੂ ਅੰਗਦ ਦੇਵ ਜੀ ਦਾ ਆਪਣਾ ਸ਼ਲੋਕ, ਜੇ ਸੋ ਚੰਦਾ ਉਗਵੇ ਸੂਰਜ ਚੜ੍ਹੇ ਹਜ਼ਾਰ, ਇੱਥੇ ਚਾਨਣ ਹੁੰਦਿਆਂ ਗੁਰਬਿਨ ਘੋਰ। ਗੁਰੂ ਤੋਂ ਬਗੈਰ ਸਿੱਖਾ ਤੇਰੀ ਜ਼ਿੰਦਗੀ ਦੇ ਵਿੱਚ ਹਨੇਰਾ ਹੀ ਹਨੇਰਾ ਹੈ। ਗੁਰੂ ਦੀ
ਬਖਸ਼ਿਸ਼ ਤੋਂ ਬਗੈਰ ਤੇਰੀ ਜ਼ਿੰਦਗੀ ਦੇ ਵਿੱਚ ਹਨੇਰਾ ਹੀ ਹਨੇਰਾ। ਮਹਾਰਾਜ ਫਰਮਾਉਂਦੇ ਹੈ, ਮਹਾਰਾਜ ਕਹਿੰਦੇ ਹੈ, ਪਤਾ ਨਹੀਂ ਕਿੰਨੇ ਕੁ ਖੜੇ ਹਨ ਹੇ ਪਰਿਪੂਰਨ ਪਰਮਾਤਮਾ ਤੇਰੇ ਦਰਵਾਜ਼ੇ ਤੇ ਜਿਹੜੇ ਭੀਖ ਮੰਗਦੇ ਪਏ ਆ। ਆਓ ਹੁਣ ਥੋੜਾ ਜਿਹਾ ਅੱਗੇ ਚਲੀਏ। ਅਸੀਂ ਭੀਖ ਕਿਹਦੇ ਕੋਲੋਂ ਮੰਗਣੀ ਹੈ, ਕੀ ਮੰਗਣੀ ਹੈ ਤੇ ਕਿਵੇਂ ਮੰਗਣੀ ਹੈ। ਇੱਕ ਹੋਰ ਬੇਨਤੀ ਇਸ ਦੀ ਵਿਚਾਰ ਸ਼ੁਰੂ ਕਰਨ ਤੋਂ ਪਹਿਲਾਂ, ਜੇਕਰ ਇੱਕ ਇਨਸਾਨ ਇਸ ਧਰਤੀ ਤੇ ਕਿਸੇ ਦੂਜੇ ਦੀ ਮਦਦ ਕਰਦਾ ਤੇ ਮਾਫ ਕਰਨਾ, ਉਹ ਭੀਖ ਨਹੀਂ ਉਹ ਦੇ ਰਿਹਾ। ਬੜੇ ਧਿਆਨ ਨਾਲ ਸੁਣਿਓ ਗੱਲ ਮੇਰੀ, ਉਹ ਭੀਖ ਨਹੀਂ ਦੇ ਰਿਹਾ ਉਹਨੂੰ। ਇਹ ਇੱਕ ਹੱਥ ਤੋਂ ਹੱਥ ਸਾਡੀ ਇੱਕ ਦੂਜੇ ਨੂੰ ਮਦਦ ਹੈ। ਭਿਖਾਰੀ ਤਾਂ ਉਹ ਵੀ ਹੈ ਜੇ ਅਸੀਂ ਰੂਹਾਨੀਅਤ ਤੌਰ ਤੇ ਦੇਖਾਂਗੇ। ਮੈਂ ਤੁਹਾਨੂੰ ਇੱਕ ਸਾਖੀ ਨਾਲ ਪਹਿਲਾਂ ਜੋੜ ਦਿਆਂ, ਹੋਰ ਇੱਕ ਸਾਖੀ। ਮਹਾਰਾਜਾ ਰਣਜੀਤ ਸਿੰਘ ਨਾਲ ਮੁਲਤਾਨ ਦੀ ਜੰਗ ਸਰ ਕਰਨ ਵਾਸਤੇ ਜਾਣ ਲੱਗੇ। ਮੁਲਤਾਨ ਦੀ ਜੰਗ ਵਾਸਤੇ ਜਾਣਾ ਸੀਗਾ ਤੇ ਮਹਾਰਾਜਾ ਰਣਜੀਤ ਸਿੰਘ ਨੂੰ ਕਿਹਾ, ਰਸਤੇ 'ਚ ਨਾ ਇੱਕ ਬੁੱਧੂ ਸਾਹਿਬ ਹੈ ਤੇ ਬੁੱਧੂ ਸਾਹਿਬ ਨੂੰ ਆਪਾਂ ਮਿਲ ਚਲੀਏ, ਨਾਲੇ ਉਹਦੇ ਕੋਲੋਂ ਆਪਾਂ ਅਰਦਾਸ ਕਰਾ ਚਲੀਏ ਵੀ ਜੰਗ ਜਿਹੜੀ ਹੈ ਉਹ ਸਾਡੀ ਸਰ ਹੋ ਜਾਵੇ, ਜੰਗ ਜਿੱਤੀ ਜਾਵੇ। ਤੇ ਮਹਾਰਾਜਾ ਰਣਜੀਤ ਸਿੰਘ ਜੀ ਉਹਦੇ ਜਿਹੜਾ ਅਸਥਾਨ ਸੀ ਰਸਤੇ ਦੇ ਵਿੱਚ ਛੋਟਾ ਜਿਹਾ ਉਹਦਾ ਡੇਰਾ ਸੀ ਬਣਿਆ, ਉੱਥੇ ਉਹ ਚਲੇ ਗਏ। ਤੇ ਮਹਾਰਾਜਾ ਰਣਜੀਤ ਸਿੰਘ ਘੋੜੇ ਤੋਂ ਉਤਰ ਕੇ ਕਹਿੰਦੇ, ਇੱਥੇ ਬੁੱਧੂ ਸਾਹਿਬ ਕੌਣ ਹੈ, ਬੁੱਧੂ ਸਾਹਿਬ ਕੌਣ ਹੈ। ਤੇ ਬੁੱਧੂ ਵਿਚਾਰਾ ਨਾ ਭਾਂਡੇ ਸਾਫ਼ ਕਰ ਰਿਹਾ ਸੀਗਾ, ਬਰਤਨ ਸਾਫ਼ ਕਰ ਰਿਹਾ ਸੀਗਾ। ਉਹ ਉੱਠਿਆ, ਕਹਿੰਦਾ ਜੀ ਤੁਸੀਂ ਕੌਣ? ਕਹਿੰਦਾ ਮੈਂ ਮਹਾਰਾਜਾ ਰਣਜੀਤ ਸਿੰਘ। ਕਹਿੰਦਾ ਹਾਂਜੀ ਦੱਸੋ। ਕਹਿੰਦਾ ਮੈਂ ਬੁੱਧੂ ਸਾਹਿਬ ਨੂੰ ਮਿਲਣ ਆਇਆ। ਅੰਦਰ ਲੈ ਗਿਆ ਜੀ ਬਾਂਹ ਫੜ ਕੇ, ਅੰਦਰ ਲੈ ਗਿਆ ਜਿੱਥੇ ਮਹਾਰਾਜ ਦਾ ਪ੍ਰਕਾਸ਼ ਹੈ। ਕਹਿੰਦਾ ਸਾਹਿਬ ਆ ਵੈ ਤੇ ਬੁੱਧੂ ਆ ਤੇਰੇ ਕੋਲ ਖੜਾ। ਕਹਿੰਦਾ ਸਾਹਿਬ ਆ ਤੇ ਬੁੱਧੂ ਕਹਿੰਦਾ ਤੇਰੇ ਕੋਲ ਖੜਾ। ਹੁਣ ਦੱਸ, ਕਹਿੰਦਾ ਤੂੰ ਕੀ ਕਿਉਂ ਆਇਆ, ਕਿਉਂ ਮੈਨੂੰ ਮਿਲਣਾ ਚਾਹੁੰਦਾ? ਕਹਿੰਦਾ ਮੈਂ ਮਿਲਣਾ ਚਾਹੁੰਦਾ ਬੁੱਧੂ ਜੀ, ਤੁਸੀਂ ਮੇਰੀ ਅਰਦਾਸ ਕਰੋ ਤਾਂ ਜੋ ਮੈਂ ਮੁਲਤਾਨ ਦੀ ਜੰਗ ਜਿੱਤ ਜਾਵਾਂ। ਬੁੱਧੂ ਦੇ ਦੇਖੋ ਬੋਲ, ਕਹਿੰਦਾ ਰਾਜਾ ਅੱਜ ਭਿਖਾਰੀ ਬਣ ਕੇ ਸਾਹਿਬ ਕੋਲ ਆਇਆ, ਰਾਜਾ ਅੱਜ ਭਿਖਾਰੀ ਬਣ ਕੇ ਸਾਹਿਬ ਕੋਲ ਆਇਆ। ਮੈਨੂੰ ਉਹਨੇ ਵਿੱਚ ਵਿਚੋਲਾ ਪਾਇਆ, ਮੈਨੂੰ ਉਹਨੇ ਵਿੱਚ ਵਿਚੋਲਾ ਪਾਇਆ। ਸਾਹਿਬ ਜੀ ਇਸ ਭਿਖਾਰੀ ਦੀ ਝੋਲੀ ਦੇ ਵਿੱਚ ਜਿੱਤ ਦੀ ਦਾਤ ਪਾ ਦਿਓ। ਸਿੱਧੀ ਜੀ ਅਰਦਾਸ ਜੀ, ਨਾ ਬਹੁਤਾ ਉਹਦੇ ਵਿੱਚ ਸ਼ਿੰਗਾਰਿਆ ਨਾ ਕੁਛ, ਸਿੱਧੀ ਜੀ ਅਰਦਾਸ ਕੀਤੀ ਹੈ। ਅਰਦਾਸ ਕਰਕੇ ਮੱਥਾ ਟੇਕਿਆ ਤੇ ਕਹਿੰਦੇ ਮੈਂ ਤੇਰੀ ਅਰਦਾਸ ਕਰਤੀ। ਮਹਾਰਾਜਾ ਰਣਜੀਤ ਸਿੰਘ ਜੀ ਚਲੇ ਗਏ। ਮੁਲਤਾਨ ਦੀ ਜਿੱਤ ਹੋਈ ਉਹਨਾਂ ਦੀ। ਜਿੱਤ ਤੋਂ ਬਾਅਦ ਵਾਪਸ ਆਏ ਤੇ ਬੁੱਧੂ ਨੂੰ ਕਹਿੰਦੇ, ਬੁੱਧੂ ਦੱਸ ਮੈਂ ਤੇਰੀ ਕੀ ਸੇਵਾ ਕਰਾਂ? ਕਹਿੰਦਾ ਤੇਰਾ ਭਲਾ ਹੋ ਜੇ ਰਾਜਿਆ। ਉਹ ਤੂੰ ਆਇਆ ਸੀ ਭਿਖਾਰੀ ਬਣ ਕੇ, ਜਦੋਂ ਆਇਆ ਸਾਡੇ ਹਾਲਾਤ ਕੁਛ ਇਦਾਂ ਦੇ ਆ ਨਾ, ਜਦੋਂ ਅਸੀਂ ਪਰਮਾਤਮਾ ਦੇ ਕੋਲੋਂ ਕੁਛ ਮੰਗਦੇ ਆ, ਜਦੋਂ ਕਹਿੰਦੇ ਤੂੰ ਆਇਆ ਸੀ ਭਿਖਾਰੀ ਬਣ ਕੇ ਤੇ ਹੁਣ ਤੂੰ ਕਹਿੰਦੇ ਦਾਤਾ ਬਣ ਗਿਆ। ਕਹਿੰਦੇ ਜਾ, ਜਿਸ ਸਾਹਿਬ ਨੇ ਤੇਰੀ ਝੋਲੀ ਵਿੱਚ ਜਿੱਤ ਦੀ ਦਾਤ ਪਾਈ ਹੈ ਨਾ, ਜੇ ਉਹ ਤੇਰੀ ਝੋਲੀ ਵਿੱਚ ਪਾ ਸਕਦਾ ਤੇ ਮੈਂ ਵੀ ਉਹਦੇ ਕੋਲੋਂ ਮੰਗ ਲਵਾਂਗਾ, ਮੇਰੇ ਵਾਸਤੇ ਵੀ ਉਹ ਸਾਰਾ ਕੁਝ ਮੈਨੂੰ ਦੇ ਦੇਵੇਗਾ। ਮੈਂ ਜਿਹੜੀ ਬੇਨਤੀ ਕਰ ਰਿਹਾ ਸੀਗਾ ਕਿ ਅਸੀਂ ਮੰਗਣਾ ਕੀ ਹੈ। ਮੈਂ ਫਿਰ ਬੇਨਤੀ ਕਰਾਂ, ਜਦੋਂ ਅਸੀਂ ਕਿਸੇ ਦੀ ਗੁਆਂਢੀ ਦੀ ਦੋਸਤ ਦੀ ਮਦਦ ਕਰਦੇ ਹਾਂ, ਮਾਫ ਕਰਨਾ, ਅਸੀਂ ਉਹਨੂੰ ਭੀਖ ਨਹੀਂ ਦੇ ਰਹੇ, ਅਸੀਂ ਹੱਥ ਤੋਂ ਹੱਥ ਉਹਦੀ ਮਦਦ ਕਰਦੇ ਹਾਂ। ਕਿਉਂਕਿ ਅੱਜ ਉਹਦੀ ਲੋੜ ਹੈ, ਕੱਲ ਨੂੰ ਹੋ ਸਕਦਾ ਸਾਡੀ ਵੀ ਲੋੜ ਜਿਹੜੀ ਹੈ ਉਹ ਬਣ ਜਾਵੇ। ਮੈਂ ਬੇਨਤੀ ਕਰ ਰਿਹਾ ਸੀ ਮੰਗਣਾ ਕੀ ਹੈ। ਪਹਿਲਾਂ ਮੰਗਣਾ ਕਿਹਦੇ ਕੋਲੋਂ ਹੈ? ਇੱਕ ਗੱਲ ਦਾ ਖਿਆਲ ਕਰਿਓ, ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦਾ ਬਚਨ ਹੈ, ਸਭ ਜਗ ਫਿਰ ਮੈਂ ਦੇਖਿਆ ਹਰ ਇੱਕੋ। ਬਸ ਆਹ ਗੱਲ ਦਾ ਖਿਆਲ ਕਰਿਓ, ਬੰਦੇ ਦੇ ਕੋਲੋਂ ਨਹੀਂ ਮੰਗਣਾ। ਜਿਹੜੀ ਦਾਤ ਮੰਗਣੀ ਹੈ ਉਹ ਪਰਿਪੂਰਨ ਪਰਮਾਤਮਾ ਤੋਂ ਮੰਗਣੀ ਹੈ। ਸਭ ਜਗ ਫਿਰ ਮੈਂ ਦੇਖਿਆ ਹਰ ਇੱਕੋ, ਜਿਹੜਾ ਅਸੀਂ ਪੜ੍ਹਦੇ ਵੀ ਹਾਂ, ਦੱਦਾ ਦਾਤਾ ਏਕ ਹੈ, ਸਭ ਕੋ ਦੇਵਨ ਹਾਰ, ਦੇਂਦੇ ਟੋਟ ਨਾ ਆਵਈ, ਅਗਨਤ ਭਰੇ ਭੰਡਾਰ। ਉਹਦੇ ਤੇ ਭੰਡਾਰ ਜਿਹੜੇ ਆ ਭਰੇ ਹੋਏ ਆ। ਮਹਾਰਾਜ ਕਹਿੰਦੇ ਮੰਗਣਾ ਕਿਹਦੇ ਕੋਲੋਂ ਹੈ? ਸਭ ਪਹਿਲੀ ਗੱਲ ਦਾ ਮਹਾਰਾਜ ਕਹਿੰਦੇ ਮੰਗੂ ਰਾਮ ਤੇ ਸਭ ਥੋਕ, ਮੰਗੂ ਰਾਮ ਤੇ ਸਭ, ਉਹਦੇ ਕੋਲੋਂ ਮੰਗਣਾ। ਕਹਿੰਦੇ ਰਾਮ ਤੇ, ਰਾਮ ਦਾ ਅਖਰੀ ਅਰਥ ਹੈ ਪਰਿਪੂਰਨ ਪਰਮਾਤਮਾ, ਰਾਮ ਤੇ ਸਭ ਥੋਕ। ਤੇ ਗੁਰੂ ਅਰਜਨ ਦੇਵ ਜੀ ਨਾਲ ਸਾਨੂੰ ਇੱਕ ਬੜਾ ਪਿਆਰਾ ਬਚਨ ਉਹਨਾਂ ਦਾ ਆ ਗਿਆ
ਕੀ ਅਸੀਂ ਇਕੱਲਾ ਬਾਪੂ ਦੇ ਕੋਲੋਂ ਨਾਮ ਹੀ ਮੰਗਣਾ ਜਾਂ ਹੋਰ ਵੀ ਕੁਝ ਮੰਗਣਾ? ਨਾ, ਜਿਹੜੀ ਚੀਜ਼ ਦੀ ਤੇਰੇ ਘਰ 'ਚ ਕਮੀ ਹੈ ਨਾ, ਆਮ ਤੌਰ ਤੇ ਕਹਿ ਦਿੰਦੇ ਆ ਜੀ ਲੈ ਤੇ ਸੰਸਾਰੀ ਪਦਾਰਥ ਮੰਗਦਾ, ਆਹ ਮੰਗਦਾ। ਨਹੀਂ ਸਾਧ ਸੰਗਤ ਜੀ, ਉਹ ਵੀ ਤਾਂ ਇੱਕੋ ਮੰਗਣੇ ਆ। ਇੱਕੋ ਨਹੀਂ ਮੰਗਣੇ ਤੇ ਦੱਸੋ ਫਿਰ ਉਹ ਕਿਹਦੇ ਕੋਲ ਮੰਗਣੇ ਆ? ਪਿਓ ਕੋਲੋਂ ਮੰਗਾਂਗੇ ਤੇ ਮੰਗ ਪੂਰੀ ਹੋਵੇਗੀ। ਚਾਚਿਆਂ ਤਾਇਆਂ ਨੇ ਨਹੀਂ ਦੇਣੀ। ਚਾਚੇ ਤਾਏ ਥੋੜਾ ਬਹੁਤਾ ਦੇ ਕੇ ਮੁੜ ਕੇ ਮੂੰਹ ਵੱਟ ਸਕਦੇ ਆ। ਪਿਓ ਤੇ ਆਖਰੀ ਸਵਾਸ ਤੱਕ ਆਪਣੇ ਪੁੱਤਰ ਦੇ ਵਾਸਤੇ। ਮੇਰੇ ਕਹਿਣ ਤੋਂ ਭਾਵ ਮੈਂ ਸੰਸਾਰੀ ਪਿਓ ਦੀ ਗੱਲ ਕਰ ਰਿਹਾ। ਇਸੇ ਤਰ੍ਹਾਂ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ, ਉਹਦਾ ਬਚਨ ਹੈ ਗੁਰੂ ਅਰਜਨ ਦੇਵ ਜੀ ਦਾ, ਜਨ ਕਉ ਪ੍ਰਭ ਸੰਗੇ ਅਸਨੇਹ, ਜਨ ਕਉ ਪ੍ਰਭ ਸੰਗੇ ਅਸਨੇਹ। ਦੇਖੋ ਹੁਣ ਉਹ 'ਚ ਕੀ ਮੰਗਣਾ? ਮਾਣ ਮੰਗੂ, ਮੈਨੂੰ ਮਾਣ ਦੇ, ਮੇਰੀ ਇੱਜ਼ਤ ਹੋਵੇ ਸਮਾਜ ਦੇ ਵਿੱਚ। ਮਾਣ ਮੰਗੂ, ਤਾਨ ਮੰਗੂ, ਧਨ ਲక్ష్ਮੀ ਸੁੱਤ, ਮੈਨੂੰ ਪੁੱਤਰ ਦੇ। ਮੇਰੇ ਘਰ 'ਚ ਬੱਚਾ ਹੋਵੇ, ਧਨ ਵੀ ਹੋਵੇ, ਲక్ష్ਮੀ ਹੋਵੇ। ਧਨ ਦਾ ਆਖਰੀ ਅਰਥ ਕੀ ਹੈ ਜੀ? ਇੱਥੇ ਧਨ ਦਾ ਆਖਰੀ ਅਰਥ ਹੈ ਮੈਨੂੰ ਸੁਵਾਸ ਦੇ ਤਾਂ ਜੋ ਮੈਂ ਤੇਰਾ ਨਾਮ ਜਪ ਸਕਾਂ। ਧਨ ਲక్ష్ਮੀ ਸੁੱਤ ਦੇਹ, ਦੇਹ ਦਾ ਆਖਰੀ ਅਰਥ ਹੈ ਮੈਨੂੰ ਅਰੋਗਤਾ ਦੇ, ਮੈਨੂੰ ਅਰੋਗਤਾ ਦੇ। ਮਹਾਰਾਜ ਕਹਿੰਦੇ ਜਨ ਕਉ ਪ੍ਰਭ ਸੰਗੇ ਅਸਨੇਹ, ਮਾਨ ਮੰਗੂ ਤਾਨ ਮੰਗੂ, ਧਨ ਲక్ష్ਮੀ ਸੁੱਤ ਦੇ। ਇਹ ਗੁਰੂ ਅਰਜਨ ਦੇਵ ਜੀ ਕਹਿੰਦੇ ਆ, ਸਿੱਖਾ ਜੇ ਤੈਨੂੰ ਮਾਣ ਚਾਹੀਦਾ, ਤਾਕਤ ਚਾਹੀਦੀ, ਧਨ ਧੀਆਂ ਪੁੱਤਰ ਪੈਸਾ ਚਾਹੀਦਾ, ਅਰੋਗਤਾ ਚਾਹੀਦੀ, ਇਸ ਬਾਪੂ ਦੇ ਕੋਲ ਆ ਕੇ ਅਰਦਾਸ ਕਰ। ਕਿਉਂਕਿ ਇਹ ਬਾਪੂ ਕੌਣ ਹੈ? ਸਰਬ ਰੋਗ ਕਾ ਔਖਦ ਨਾਮ। ਇਹ ਬੜਾ ਮਹਾਨ ਹੈ ਜੀ। ਪਰ ਹਾਂ, ਮੈਂ ਕੱਲ ਵੀ ਬੇਨਤੀ ਕੀਤੀ ਸੀ ਸਾਧ ਸੰਗਤ ਜੀ, ਮੰਗਣ ਤੋਂ ਪਹਿਲਾਂ ਭਾਂਡੇ ਦੀ ਸਫਾਈ ਕਰਨੀ ਪਵੇਗੀ। ਮੰਗਣ ਤੋਂ ਪਹਿਲਾਂ ਭਾਂਡੇ ਦੀ ਸਫਾਈ। ਭਾਈ ਵੀਰ ਸਿੰਘ ਨਾਲ ਇੱਕ ਬੜੀ ਪਿਆਰੀ ਉਹਨਾਂ ਦੀ ਇੱਕ ਸਿੱਖਿਆ ਮੇਰੇ ਸਾਹਮਣੇ ਆ ਗਈ। ਗੁਰਮੁਖ ਸਿੱਖਿਆ ਉਹਨਾਂ ਦੀ ਕਿਤਾਬ ਹੈ। ਗੁਰਮੁਖ ਸਿੱਖਿਆ ਦੇ ਵਿੱਚ ਦੇਖੋ ਕੀ ਲਿਖਦੇ ਆ ਭਾਈ ਵੀਰ ਸਿੰਘ। ਕਹਿੰਦੇ ਸਿੱਖਾ, ਇਹ ਤੇ ਗੱਲ ਕਲੀਅਰ ਹੈ ਵੀ ਤੂੰ ਮੰਗਣਾ ਗੁਰੂ ਗ੍ਰੰਥ ਸਾਹਿਬ ਦੇ ਕੋਲੋਂ ਹੈ। ਜੇ ਤੇ ਤੇਰੀ ਮੰਗ ਪੂਰੀ ਹੋ ਜਾਵੇ ਤੇ ਸ਼ੁਕਰਾਨੇ ਦੇ ਵਿੱਚ ਜੁੜ ਜਾਵੀਂ, ਸ਼ੁਕਰਾਨੇ ਦੇ ਵਿੱਚ ਜੁੜ ਜਾਵੀਂ। ਜੇ ਤੇਰੀ ਮੰਗ ਪੂਰੀ ਨਾ ਹੋਵੇ ਤੇ ਗੁਰੂ ਦੇ ਨਾਲ ਸ਼ਿਕਵਾ ਨਹੀਂ ਕਰਨਾ। ਇਹ ਸਮਝ ਲਵੀਂ ਕਿ ਜਿਹੜੀ ਚੀਜ਼ ਮੈਂ ਮੰਗ ਰਿਹਾ, ਮੇਰੀ ਝੋਲੀ ਜਿਹੜੀ ਆ ਉਸ ਚੀਜ਼ ਨੂੰ ਸਾਂਭਣ ਦੇ ਹੱਲੇ ਕਾਬਲ ਨਹੀਂ ਹੈਗੀ। ਕਿਉਂਕਿ ਉਹ ਅੰਤਰਜਾਮੀ ਆ, ਉਹਨੂੰ ਸਾਰਾ ਪਤਾ ਵੀ ਕਿਹੜੀ ਚੀਜ਼ ਮੈਂ ਦੇਣੀ ਹੈ, ਕਿਹੜੀ ਇਹਨੇ ਸਾਂਭਣੀ ਹੈ। ਜੇ ਤੇ ਤੇਰੀ ਮੰਗ ਪੂਰੀ ਹੋ ਜਾਵੇ ਤੇ ਸ਼ੁਕਰਾਨੇ ਦੇ ਵਿੱਚ ਜੁੜ ਜਾਵੀਂ, ਤੇ ਜੇ ਹੱਲੇ ਮੰਗ ਪੂਰੀ ਨਹੀਂ ਹੋਈ ਨਾ ਤੇ ਸਮਝ ਲਵੀਂ ਕਿ ਮੇਰੀ ਝੋਲੀ ਹੱਲੇ ਉਹਦੇ ਵਾਸਤੇ ਪਾਤਰ ਜਿਹੜਾ ਮੈਂ ਬਣਾਇਆ ਸੀ, ਉਹ ਮੇਰਾ ਪਾਤਰ ਹੱਲੇ ਤਿਆਰ ਨਹੀਂ ਹੈ, ਤਾਂ ਜੋ ਜਿਹੜੀ ਮੈਂ ਮੰਗ ਮੰਗੀ ਹੈ ਉਹਨੂੰ ਮੈਂ ਸਾਂਭ ਸਕਾਂ। ਮਹਾਰਾਜ ਕਹਿੰਦੇ ਉਲਾਹਨੋ ਮੈਂ ਕਾਹੂ ਨਾ ਦਿਓ, ਉਹਨੂੰ ਉਲਾਮਾ ਨਹੀਂ ਦੇਣਾ। ਉਲਾਹਨੋ ਮੈਂ ਕਾਹੂ ਨਾ ਦਿਓ, ਮਨ ਮੀਠ ਤੁਹਾਰੋ, ਕਿ ਉਹ ਮੰਗਣਾ ਕਿਹਦੇ ਕੋਲੋਂ ਹੈ? ਮੰਗੂ ਰਾਮ ਤੇ ਸਭ ਥੋਕ। ਸਾਰੀਆਂ ਚੀਜ਼ਾਂ ਇੱਕੋ ਵਾਰੀ ਮੰਗ ਲੈਣੀਆਂ, ਸਾਰੀਆਂ ਚੀਜ਼ਾਂ। ਪਰ ਇੱਕ ਨਾ ਬੀਬੀ ਦੀ ਘਟਨਾ ਯਾਦ ਆ ਗਈ। ਭਾਈ ਸਾਹਿਬ ਵੀ ਰਾਤੀ ਉਹਨਾਂ ਸਾਂਝ ਪਾ ਰਹੇ ਸੀਗੇ ਤੇ ਮੈਂ ਵੀ ਚਲੋ ਪੜੀ ਹੋਈ ਹੈ। ਇੱਕ ਬੀਬੀ ਬੜੀ ਚਲਾਕ ਸੀ ਜੀ, ਸਿੱਧੀ ਗੱਲ ਆਪਾਂ ਕਹਿ ਦਈਏ, ਗੁੱਸਾ ਨਾ ਕਰਿਓ, ਮੇਰੀਆਂ ਧੀਆਂ ਬੈਠੀਆਂ। ਉਹਨੇ ਪਤਾ ਰੱਬ ਕੋ ਕੀ ਮੰਗਿਆ? ਮੇਰਾ ਘਰ ਹੋਵੇ, ਘਰ ਦੇ ਵਿੱਚ ਨੂੰਹ ਹੋਵੇ, ਨੂੰਹ ਦੀ ਗੋਦੀ ਵਿੱਚ ਬੱਚਾ ਹੋਵੇ, ਮੁੰਡਾ ਹੋਵੇ, ਤੇ ਨੂੰਹ ਮੇਰੀ ਜਿਹੜੀ ਸੋਨੇ ਦੀ ਕੜਵੰਜੀ ਦੇ ਨਾਲ ਦੁੱਧ ਰਿੜਕਦੀ ਹੋਵੇ। ਸਾਰਾ ਕੁਝ ਮੰਗੀ ਉਹਦੇ, ਇੱਕ ਚੀਜ਼ ਨਹੀਂ, ਸਾਰਾ ਕੁਝ। ਹੁਣ ਪਹਿਲਾਂ ਤੇ ਉਹਨੇ ਆਪਣਾ ਘਰ ਮੰਗਿਆ, ਫਿਰ ਉਹਨੇ ਆਪਣੇ ਵਿਆਹ ਵਾਸਤੇ ਆਪਣਾ ਪਤੀ ਮੰਗ ਲਿਆ, ਕਿਉਂਕਿ ਪਤੀ ਹੋਵੇਗਾ ਤੇ ਬੱਚਾ ਘਰ 'ਚ ਆਵੇਗਾ। ਬੱਚਾ ਹੋ ਗਿਆ ਤੇ ਉਸ ਤੋਂ ਬਾਅਦ ਬੱਚਾ ਵੱਡਾ ਹੋਇਆ ਤੇ ਉਹਦੇ ਵਾਸਤੇ ਨੂੰਹ ਮੰਗ ਲਈ, ਉਹਦੇ ਵਾਸਤੇ ਨੂੰਹ ਮੰਗ ਲਈ ਤੇ ਸੋਨੇ ਦੀ ਉਹਦੇ ਘਰ ਕੜਵੰਜੀ ਜਿਹਨਾਂ ਆਪਾਂ ਦੁੱਧ ਰਿੜਕਦੇ ਆ। ਇਹਦਾ ਮਤਲਬ ਸੋਨੇ ਦੀ ਕੜਵੰਜੀ ਉਹਨਾਂ ਦੇ ਘਰ ਹੁੰਦੀ ਹੈ ਜਿਨ੍ਹਾਂ ਦੇ ਘਰ ਅਮੀਰੀ ਹੈ। ਉਹਨੇ ਪੈਸਾ ਮੰਗ ਲਿਆ, ਸਾਰਾ ਕੁਝ ਮੰਗ ਲਿਆ, ਫਿਰ ਕਹਿੰਦੀ ਮੈਂ ਉਹਨਾਂ ਨੂੰ ਦੇਖਾਂ। ਇਹਦਾ ਮਤਲਬ ਉਹਨੇ ਆਪਣੇ ਅੱਖਾਂ ਦੀ ਰੋਸ਼ਨੀ, ਦੇਹ ਦੀ ਅਰੋਗਤਾ ਵੀ ਨਾਲ ਮੰਗ ਲਈ ਕਿ ਮੈਂ ਜੀਂਦੀ ਰਵਾਂ ਇਹ ਸਾਰਾ ਕੁਝ ਦੇਖਣ ਵਾਸਤੇ। ਤੇ ਮਹਾਰਾਜ ਕਹਿੰਦੇ ਆ ਕੋਈ ਗੱਲ ਨਹੀਂ, ਤੇਰੀਆਂ ਸਾਰੀਆਂ ਜਿਹੜੀਆਂ ਡਿਮਾਂਡਾਂ ਨਾ, ਮੈਂ ਤੇ ਮਹਾਰਾਜ ਤੇ ਉਹ ਹੈ ਅਨ ਮੰਗਿਆ ਦਾਨ ਤੁਸੀਂ ਨਾ ਮੰਗੋ।
ਆ ਜਿਹੜਾ ਸਰੀਰ ਅਸੀਂ ਨਹੀਂ ਮੰਗਿਆ, ਆ ਮਾਂ ਬਾਪ ਅਸੀਂ ਨਹੀਂ ਮੰਗੇ, ਇਹ ਪਰਮਾਤਮਾ ਨੇ ਸਾਡੀ ਝੋਲੀ 'ਚ ਉਹ ਦਾਤਾਂ ਪਾਈਆਂ ਜਿਹੜੀਆਂ ਸਿੱਖ ਨੇ ਅਨ ਮੰਗਿਆ ਦਾਨ ਦੇਵਨਾ। ਉਹ ਅਨ ਮੰਗਿਆ ਜਿਹੜਾ ਦਾਨ ਹੈ, ਜਿਹੜਾ ਅਸੀਂ ਮੰਗਦੇ ਵੀ ਨਹੀਂ ਹੈ, ਕਈ ਵਾਰੀ ਉਹ ਵੀ ਸਾਡੀਆਂ ਪੂਰੀਆਂ ਕਰ ਦਿੰਦਾ। ਮੈਂ ਬੇਨਤੀ ਕਰ ਰਿਹਾ ਸੀ, ਪਹਿਲੀ ਗੱਲ ਮੰਗਣਾ ਕਿਹਦੇ ਕੋਲੋਂ ਹੈ? ਮੰਗਣਾ ਹੈ ਪਰਿਪੂਰਨ ਪਰਮਾਤਮਾ ਦੇ ਕੋਲੋਂ। ਦੂਸਰਾ ਮੰਗਣਾ ਕੀ ਹੈ? ਮੰਗਣਾ ਮੰਗਨ ਨੀਕਾ ਹਰ ਜਸ ਗੁਰ ਤੇ ਮੰਗਣਾ। ਹਰੀ ਦਾ ਜਸ ਮੰਗ ਸਭ ਤੋਂ ਵੱਡੀ ਦਾਤ ਹੈ। ਤੇ ਤੁਸੀਂ ਅਰਦਾਸ ਹੁਣ ਸੁਣਨੀ ਹੈ ਨਾ, ਭਾਈ ਸਾਹਿਬ ਨੇ ਵੀ ਸੱਤ ਜਿਹੜੀਆਂ ਚੀਜ਼ਾਂ ਹੈਗੀਆਂ ਉਹ ਭੀਖ ਦੇ ਰੂਪ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਕੋਲ ਮੰਗਣੀਆਂ। ਸਿੱਖਾਂ ਨੂੰ ਸਿੱਖੀ ਦਾਨ, ਕੇਸ ਦਾਨ, ਇਹ 7 ਚੀਜ਼ਾਂ ਜੀ। ਸਿੱਖਾਂ ਨੂੰ ਸਿੱਖੀ ਦਾਨ, ਕੇਸ ਦਾਨ, ਰਹਿਤ ਦਾਨ, ਵਿਵੇਕ ਦਾਨ, ਵਿਸਾਹਾ ਦਾਨ, ਭਰੋਸਾ ਦਾਨ, ਦਾਨਾ ਸਿਰ ਦਾਨ, ਨਾਮ ਦਾਨ। ਦਾਨਾ ਸਿਰ ਦਾਨ, ਨਾਮ ਦਾਨ। ਨਾਮ ਦਾਨ ਸਾਰਿਆਂ ਚੋਂ ਬਾਅਦ ਚ ਰੱਖਿਆ ਕਿਉਂਕਿ ਇਹ ਸਾਰਿਆਂ ਤੋਂ ਸ਼੍ਰੋਮਣੀ ਹੈ। ਸਿੱਖਾਂ ਨੂੰ ਸਿੱਖੀ ਦਾਨ ਪਹਿਲਾ ਹੋ ਗਿਆ। ਦੂਜਾ ਕੇਸ ਦਾਨ, ਸਿੱਖਾਂ ਨੂੰ ਸਿੱਖੀ ਦਾਨ, ਕੇਸ ਦਾਨ, ਰਹਿਤ ਦਾਨ। ਰਹਿਤ ਸ਼ਬਦ ਬੜਾ ਡੂੰਘਾ ਜੀ। ਰਹਿਤ ਦਾ ਅੱਖਰੀ ਅਰਥ ਹੈ ਸਿੱਖ ਨੇ ਮਰਿਆਦਾ ਦੇ ਵਿੱਚ ਚੱਲਣਾ, ਜਿਹਨੂੰ ਗੁਰੂ ਗੋਬਿੰਦ ਸਿੰਘ ਜੀ ਕਹਿੰਦੇ ਰਹਿਤ ਪਿਆਰੀ ਮੁਝ ਕੋ ਸਿੱਖ ਪਿਆਰਾ। ਜਿਹੜਾ ਸਿੱਖ ਕਹਿੰਦੇ ਰਹਿਤ ਵਿੱਚ ਹੀ ਨਹੀਂ ਹੈ ਨੀਗਾ, ਉਹ ਮੈਨੂੰ ਨਹੀਂ ਕਹਿੰਦੇ ਚੰਗਾ ਲੱਗਦਾ। ਕਹਿੰਦੇ ਹੁਣ ਜੇ ਕੋਈ ਸਿੱਖ ਉੱਠ ਕੇ ਕਵੇ ਜੀ, ਜੇ ਕੋਈ ਸਿੱਖ ਉੱਠ ਕੇ ਕਵੇ, ਮੂੰਹ ਤੇ ਕੇਸ ਵੀ ਹੈ, ਦਮਾਲਾ ਵੀ ਸਜਾਉਂਦਾ, ਚੋਲਾ ਵੀ ਪਾਉਂਦਾ, ਜਾਂ ਹੋਰ ਵੀ ਕੁਝ ਕਰਦਾ, ਪਖੰਡ ਕਰਦਾ, ਉਹ ਉੱਠ ਕੇ ਗੁਰੂ ਗ੍ਰੰਥ ਸਾਹਿਬ ਦੀਆਂ ਬਾਣੀਆਂ ਦੇ ਉੱਪਰ ਕਟਾਕਸ਼ ਕਰਨ ਲੱਗ ਪਵੇ, ਤੇ ਇਦਾਂ ਦਿਆਂ ਨੂੰ ਫਿਰ ਗੁਰੂ ਗੋਬਿੰਦ ਸਿੰਘ ਜੀ ਕਹਿੰਦੇ ਆ ਕਿ ਜਾ ਤੇਰੇ ਵੱਲ ਮੇਰੀ ਪਿੱਠ ਹੈਗੀ ਆ। ਜੇ ਸਿੱਖ ਇਹ ਗੱਲ ਕਵੇ ਕਿ ਜਪਜੀ ਸਾਹਿਬ ਦੀ ਬਾਣੀ ਕਿੱਥੋਂ ਆਈ ਹੈ, ਜੇ ਸਿੱਖ ਇਹ ਗੱਲ ਕਵੇ ਨਿਤਨੇਮ ਕਰਨ ਦਾ ਕੀ ਫਾਇਦਾ, ਤੇ ਮੈਂ ਕਹਿੰਦਾ ਹੁੰਨਾ ਜੇ ਉਹ ਇਸ ਗੱਲ ਤੇ ਕਟਾਕਸ਼ ਕਰਦਾ, ਉਹ ਸਿੱਖ ਆਪਣੀ ਮਾਂ ਨੂੰ ਪੁੱਛੇ ਕਿ ਜਿਹੜਾ ਤੂੰ ਮੇਰਾ ਪਿਓ ਬਣਾਇਆ, ਕਿ ਮੈਨੂੰ ਕੀ ਯਕੀਨ ਹੈ ਕਿ ਇਹ ਮੇਰਾ ਪਿਓ ਹੈਗਾ। ਦੇਖੋ ਕਮਾਲ ਦੀ ਗੱਲ, ਸਾਡੇ ਹਾਲਾਤ ਦੇਖੋ, ਅਸੀਂ ਕਿਸ ਪਾਸੇ ਨੂੰ ਅਸੀਂ ਤੁਰ ਪਏ ਹੋਏ ਆ। ਉਹ ਸਿੱਖ ਨੂੰ ਚਾਹੀਦਾ ਪਹਿਲਾਂ ਆਪਣੀ ਮਾਂ ਨੂੰ ਪੁੱਛੇ, ਮਾਂ ਮੈਨੂੰ ਨਹੀਂ ਯਕੀਨ ਇਹ ਜਿਹਨੂੰ ਤੂੰ ਪਿਓ ਕਹਿ ਰਹੀ ਆ ਇਹ ਮੇਰਾ ਹੀ ਪਿਓ ਹੈਗਾ ਵੈ, ਇਹ ਮੈਨੂੰ ਯਕੀਨ ਦੇ, ਮੈਨੂੰ ਸਬੂਤ ਦੇ। ਕੀ ਸਬੂਤ ਦਊਗੀ ਮਾਂ ਤੁਹਾਨੂੰ ਬਈ? ਆ ਸਾਡੇ ਹਾਲਾਤ। ਮਹਾਰਾਜ ਕਹਿੰਦੇ ਆ ਕਿ ਮੰਗਣਾ ਕੀ ਹੈ? ਉਸ ਪਰਿਪੂਰਨ ਪਰਮਾਤਮਾ ਤੋਂ ਹਰੀ ਦਾ ਜਸ ਜਿਹੜਾ ਉਹ ਤੂੰ ਮੰਗਣਾ ਹੈ। ਅਗਲੀ ਪੰਕਤੀ ਮਹਾਰਾਜ ਕਹਿੰਦੇ, ਪਿੰਨੇ ਦਰ ਕਿਤੜੇ ਬਾਮਨ ਬਿਰਥਾ ਗਇਓ ਜਨਮ। ਬਾਮਨ ਸ਼ਬਦ ਇੱਥੇ ਜਿਹੜਾ ਆਇਆ ਨਾ, ਉਹ ਜਾਤ ਵਾਸਤੇ ਨਹੀਂ ਆਇਆ। ਬੜੇ ਧਿਆਨ ਨਾਲ ਸੁਣਿਓ। ਬਾਮਨ ਸ਼ਬਦ ਆਇਆ ਜਿਹੜੇ ਲੋਕ ਆਪਣੇ ਆਪ ਨੂੰ ਉੱਚਾ ਤੇ ਸੁੱਚਾ ਮੰਨਦੇ ਸੀਗੇ, ਉਹਨਾਂ ਵਾਸਤੇ ਸ਼ਬਦ ਆਇਆ। ਇੱਕ ਅਰਥ। ਦੂਸਰਾ, ਬਾਮਨ ਇੱਥੇ ਸ਼ਬਦ ਉਹਨਾਂ ਵਾਸਤੇ ਆਇਆ ਜਿਹੜੇ ਆਪਣੇ ਆਪ ਨੂੰ ਮੇਰੇ ਵਰਗੇ ਬੜੇ ਵਿਦਵਾਨ ਤੇ ਪੰਡਤ ਸਮਝਦੇ ਆ ਕਿ ਮੇਰੇ ਵਰਗਾ ਤੇ ਕੋਈ ਹੋਰ ਹੈ ਹੀ ਨਹੀਂਗਾ। ਇੱਥੇ ਫਿਰ ਮਹਾਰਾਜ ਕਹਿੰਦੇ ਆ, ਬਾਮਨ ਬਿਰਥਾ ਗਇਓ ਜਨਮ। ਤੇਰਾ ਜਨਮ ਵਿਰਥਾ ਚਲਾ ਗਿਆ, ਕੋਈ ਫਾਇਦਾ ਨਹੀਂ ਹੋਇਆ। ਕਿਉਂ? ਜਿਨ ਕੀਤੋ ਸੋ ਵਿਸਰੇ। ਜਿਹਨੇ ਤੇਰਾ ਸਰੀਰ ਬਣਾਇਆ ਤੂੰ ਉਹਨੂੰ ਹੀ ਭੁੱਲ ਗਿਆ। ਪਹਿਲਾਂ ਆਪਾਂ ਇੱਥੋਂ ਸ਼ੁਰੂ ਕਰੀਏ। ਸਾਡੇ ਹਾਲਾਤ ਪਤਾ ਕੀ ਹੈ? ਦੇਨਹਾਰ ਪ੍ਰਭ ਛੋੜ ਕੇ, ਦੇਨਹਾਰ ਪ੍ਰਭ ਛੋੜ ਕੇ ਲੱਗ ਹੈ ਆਨ ਸੁਆਏ। ਤੇ ਮਹਾਰਾਜ ਕਹਿੰਦੇ ਨਾਨਕ ਕਬੂ ਨਾ ਸਿਜ ਹੀ ਬਿਨ ਨਾਵੇਂ ਪਤ ਜਾਏ। ਤੂੰ ਬਿਨਾ ਇੱਜ਼ਤ ਤੋਂ ਇਸ ਸੰਸਾਰ ਤੋਂ ਕਹਿੰਦੇ ਜਾ ਰਿਹਾ, ਤੇ ਅੱਗੇ ਜਾ ਕੇ ਵੀ ਤੇਰੀ ਇੱਜ਼ਤ ਨਹੀਂ ਹੋਣੀ। ਕਿਉਂਕਿ ਦੇਨਹਾਰ ਪ੍ਰਭ ਛੋੜ ਕੇ ਲੱਗ ਹੈ ਆਨ ਸੁਆਏ। ਨਾਨਕ ਕਬੂ ਨਾ ਸਿਜ ਹੀ ਬਿਨ ਨਾਵੇਂ ਪਤ ਜਾਏ। ਇੱਕ ਪ੍ਰਮਾਣ ਹੋਰ ਜੀ, ਸਾਡੇ ਹਾਲਾਤ ਕੀ ਹੈ? ਕੀਤੇ ਕਉ ਮੇਰੇ ਸਮਾਨੇ ਕਰਨਹਾਰ ਤ੍ਰਿਣ ਜਾਣੇ। ਗੱਡੀ ਨਵੀਂ ਲੈ ਲਈ, ਮਹਿੰਗੀ ਲੈ ਲਈ, ਮੈਂ ਲਈ ਹੈ। ਕੀਤੇ ਕਉ ਮੇਰੇ ਸਮਾਨੇ। ਉਹ ਯਾਰ ਜਿਹਦੀ ਬਖਸ਼ਿਸ਼ ਨਾਲ ਲਈ ਹੈ ਉਹਨੂੰ ਤੇ ਤੂੰ ਮੰਨਦਿਆਂ ਇੱਕ ਤੀਲੇ ਬਰਾਬਰ। ਇਹ ਹੁਕਮਨਾਮਾ ਆਉਂਦਾ ਹੁਕਮਨਾਮੇ ਦੀ ਸ਼ੁਰੂਆਤ ਸੀ, ਮਾਤ ਗਰਭ ਮੈਂ ਆਪਣ ਸਿਮਰਨ ਦੇ ਤਹਿ ਤੁਮ ਰਾਖਣ ਹਾਰੇ। ਮੈਂ ਕਹਿੰਦਾ ਹੁੰਨਾ ਸਿੱਖਾ, ਜੇ ਤੂੰ ਕਿਤੇ ਸਾਰੀ ਉਮਰ
ਲਾ ਦੇ, ਸਾਰਾ ਸਮਾਂ ਲਾ ਦੇ, ਸਿਰਫ ਆਪਣੀ ਮਾਂ ਦਾ ਇੰਨਾ ਕੀਤਾ ਤੂੰ ਕਿ ਮਾਂ ਤੂੰ ਉਹ ਸਮਾਂ ਮੈਨੂੰ 9 ਮਹੀਨੇ ਰੱਖਿਆ। ਮਾਂ ਤੂੰ ਆਪਣੀ ਸੁੰਦਰਤਾ ਨੂੰ ਪਿਘਲਾ ਪਿਘਲਾ ਕੇ ਜਦੋਂ ਮੈਂ ਪੈਦਾ ਹੋਇਆ ਉਹਦਾ ਦੁੱਧ ਜਿਹੜਾ ਸੀ ਤੂੰ ਮੇਰੇ ਮੂੰਹ ਦੇ ਵਿੱਚ ਪਾਇਆ। ਤੂੰ ਸਰੂਪ ਤੋਂ ਕਰੂਪ ਹੋ ਗਈ ਤੇ ਮੈਨੂੰ ਤੂੰ ਕਰੂਪ ਤੋਂ ਸਰੂਪ ਕਰ ਦਿੱਤਾ। ਤੇ ਤਾਂ ਵੀ ਉਹਦੇ ਵਾਸਤੇ ਉਹ ਕਦੀ ਵੀ ਆਪਣੀ ਮਾਂ ਦਾ ਦੇਣ ਜਿਹੜਾ ਨਹੀਂ ਦੇ ਸਕਦਾ। ਆਪਾਂ ਛੋਟੀ ਜਿਹੀ ਗੱਲ ਕਰ ਰਹੇ ਹਾਂ, ਇੱਕ ਮਾਂ ਬਾਪ ਦੀ ਗੱਲ ਕਰ ਰਹੇ, ਪਰਮਾਤਮਾ ਦੀਆਂ ਦਾਤਾਂ ਤੇ ਕਿੱਥੇ ਅਸੀਂ ਉਹਦਾ ਯਾਨੀ ਕਿ ਦੇਣ ਦੇ ਸਕਦੇ ਹਾਂ। ਮੈਂ ਤਾਂ ਪੰਕਤੀ ਲਈ ਹੈ, ਕੀਤੇ ਕਉ ਮੇਰੇ ਸਮਾਨੇ ਕਰਨ ਹਾਰ ਤ੍ਰਿਣ ਜਾਣੇ। ਜਿਹੜਾ ਸਾਰਾ ਕੁਝ ਕਰ ਰਿਹਾ ਨਾ ਉਹਨੂੰ ਅਸੀਂ ਸਮਝਿਆ ਉਹ ਇੱਕ ਤੀਲੇ ਦੀ ਨਿਆਈ ਹੈ, ਲੇਕਿਨ ਜੋ ਘਰ 'ਚ ਨਵੀਂ ਚੀਜ਼ ਆਈ ਹੈ, ਗੱਡੀ ਆਈ, ਜੋ ਵੀ ਆਇਆ ਜਾਂ ਪ੍ਰਾਪਰਟੀ ਆਈ ਆ, ਉਹ ਤਾਂ ਕਹਿ ਰਿਹਾ ਕਿ ਮੈਂ ਲਈ ਹੈ। ਮੈਂ ਬੇਨਤੀ ਕਰਦਾ, ਲਈ ਤੁਸੀਂ ਹੈ, ਹੈਗੀ ਤੁਹਾਡੀ ਹੈ, ਰਹਿਣੀ ਤੁਹਾਡੀ ਹੈ, ਕਿਸੇ ਹੋਰ ਦੀ ਨਹੀਂ ਹੋਣੀ। ਪਰੰਤੂ ਮੈਂ ਦੀ ਬਜਾਏ ਜੇ ਕਿਤੇ ਕਹਿ ਦਈਏ ਉਹਦੀਆਂ ਬਖਸ਼ੀਆਂ ਹੋਈਆਂ ਦਾਤਾਂ ਦੇ ਵਿੱਚੋਂ ਗੁਰੂ ਗ੍ਰੰਥ ਸਾਹਿਬ ਨੇ ਮੇਰੀ ਝੋਲੀ ਵਿੱਚ ਦਾਤ ਪਾਈ ਹੈ, ਤੇ ਇੰਨਾ ਕੀ ਫਰਕ ਹੈ। ਬਸ ਉਹਦੀਆਂ ਬਖਸ਼ੀਆਂ ਹੋਈਆਂ ਦਾਤਾਂ ਦੇ ਵਿੱਚੋਂ ਇਹ ਉਹਦੀ ਹੀ ਦਾਤ ਹੈ ਜਿਹੜੀ ਉਹਨੇ ਮੇਰੀ ਝੋਲੀ ਵਿੱਚ ਪਾਈ। ਮੈਂ ਬੇਨਤੀ ਕੀਤੀ ਸੀ, ਹੁਕਮਨਾਮਾ ਆਉਂਦਾ, ਮਾਤ ਗਰਭ ਮੈਂ ਆਪਨ ਸਿਮਰਨ ਦੇ ਤਹਿ ਤੁਮ ਰਾਖਣ ਹਾਰੇ, ਪਾਵਕ ਸਾਗਰ ਅਥਾ ਲਹਿਰ ਮੈਂ ਤਾਰੋ ਤਾਰਨ ਹਾਰੇ। ਮਾਤ ਗਰਭ ਮੈਂ ਆਪਨ ਅਸੀਂ ਮੰਗਿਆ ਨਹੀਂ, ਉਹਨੇ ਸਾਨੂੰ ਸਿਮਰਨ ਦਿੱਤਾ। ਜਿਹਨੂੰ ਗੁਰੂ ਨਾਨਕ ਦੇਵ ਜੀ ਕਹਿੰਦੇ ਆ, ਪਹਿਲੇ ਪਹਿਰੇ ਰਹਿਣ ਕੇ ਵਣਜਾਰਿਆ ਮਿੱਤਰਾ, ਹੁਕਮ ਪਿਆ ਗਰਭਾਸ, ਉਰਦ ਤਪ ਅੰਤਰ ਕਰੇ ਵਣਜਾਰਿਆ ਮਿੱਤਰਾ, ਖਸਮ ਸੇਤੀ ਅਰਦਾਸ, ਖਸਮ ਸੇਤੀ ਅਰਦਾਸ ਵਿਖਾਣੇ ਉਰਦ ਧਿਆਨ ਲਿਵ ਲਾਗਾ। ਜਦੋਂ ਤੂੰ ਮਾਂ ਦੇ ਗਰਭ ਦੇ ਵਿੱਚ ਉਲਟਾ ਸੀ ਨਾ, ਉਦੋਂ ਤੇਰਾ ਧਿਆਨ ਉਸ ਪਰਮਾਤਮਾ ਦੇ ਨਾਲ ਜੁੜਿਆ ਹੋਇਆ ਸੀ। ਇਹ ਗੁਰੂ ਗ੍ਰੰਥ ਸਾਹਿਬ ਜੀ ਕਹਿ ਰਹੇ, ਮੈਂ ਨਹੀਂ ਕਹਿ ਰਿਹਾ। ਹੁਣ ਇੱਥੇ ਕਈਆਂ ਨੇ ਕਟਾਕਸ਼ ਕਰਤਾ ਜੀ, ਉਦੋਂ ਤੇ ਜ਼ੁਬਾਨ ਹੀ ਹੈ ਨਹੀਂ ਸੀਗੀ। ਉੱਥੇ ਜ਼ੁਬਾਨ ਦੀ ਲੋੜ ਨਹੀਂ ਹੈ, ਉੱਥੇ ਤੇਰੀ ਆਤਮਾ ਜਿਹੜਾ ਤੇਰਾ ਅੰਦਰ ਹੈ ਨਾ, ਉਹ ਉਹਦੇ ਨਾਲ ਜੁੜਿਆ। ਇਹਨੂੰ ਮਹਾਰਾਜ ਕਹਿੰਦੇ ਆ ਜੈਸਰੀ ਕੀ ਵਾਰ ਦੇ ਵਿੱਚ, ਰਕਤ ਬਿੰਦ ਕਰ ਨਿੰਮਿਆ, ਅਗਨ ਉਦਰ ਮਝਾਰ, ਉਰਦ ਮੁਖ ਕੁਚੀਲ ਬਿਕਲ ਨਰਕ ਘੋਰ ਗਬਾਰ, ਹਰ ਸਿਮਰਤ ਤੂੰ ਨਾ ਜਲੇ ਮਨ ਤਨ ਉਰਤਾਰ, ਬਿਖਮ ਥਾਨੋ ਜਿਨ ਰੱਖਿਆ ਤਿਸ ਤਿਲ ਨਾ ਵਿਸਾਰ। ਬਿਖਮ ਥਾਨੋ ਜਿਨ ਰੱਖਿਆ, ਜਿਹਨੇ ਤੈਨੂੰ ਔਖੇ ਰਸਤੇ ਤੇ ਰੱਖਿਆ। ਫਿਰ ਜੈਸਰੀ ਦੀ ਵਾਰ ਸ਼ਲੋਕ ਹੁੰਦਾ, ਰਕਤ ਬਿੰਦ ਕਰ ਨਿੰਮਿਆ, ਮਾਂ ਦਾ ਰਕਤ ਤੇ ਬਾਪ ਦਾ ਬਿੰਦ, ਇਹਨਾਂ ਦਾ ਆਪਸ ਵਿੱਚ ਆਟਾ ਗੁੱਜਾ। ਰਕਤ ਬਿੰਦ ਕਰ ਨਿੰਮਿਆ, ਅਗਨ ਉਦਰ ਮਝਾਰ, ਮਾਂ ਦਾ ਜਿਹੜਾ ਗਰਭ ਨਾ ਉਹਦੇ ਅੰਦਰ ਅੱਗ ਹੈ, ਅਗਨ ਉਦਰ ਮਝਾਰ, ਉਰਦ ਮੁਖ ਸਿਰ ਤੇਰਾ ਹੇਠਾਂ ਨੂੰ ਹੈ, ਉਰਦ ਮੁਖ ਕੁਚੀਲ ਬਿਕਲ ਨਰਕ ਘੋਰ ਗਬਾਰ। ਇਹਦੇ ਵਿਦਵਾਨ ਨੇ ਅਰਥ ਕੀਤੇ, ਜੇ ਪੈਦਾ ਹੋਏ ਬੱਚੇ ਨੂੰ ਜਿਹਨੂੰ ਹੋਸ਼ ਆ ਜਾਵੇ, ਉਹਨੂੰ ਉਦਾਂ ਦਾ ਥਾਂ ਬਣਾ ਕੇ ਦੇ ਦਈਏ ਕਿ ਪੁੱਤ ਇੱਥੇ ਰਹਿ, ਕਦੀ ਨਹੀਂ ਰਵੇਗਾ, ਲੇਕਿਨ ਉੱਥੇ ਫਿਰ ਉਹ 9 ਮਹੀਨੇ ਪਹਿਲਾਂ ਉਹਨੇ ਕੱਟੇ ਹੁੰਦੇ ਆ। ਉਹ ਇੰਨਾ ਗੰਦਾ ਥਾਂ ਹੈ। ਉਰਦ ਮੁਖ ਕੁਚੀਲ ਬਿਕਲ, ਨਰਕਾਂ ਤੋਂ ਵੀ ਭੈੜਾ ਉਹ ਥਾਂ ਹੈ ਮਾਂ ਦੇ ਅੰਦਰ, ਜਿੱਥੇ ਬੱਚਾ 9 ਮਹੀਨੇ ਰਹਿ ਰਿਹਾ। ਕਿਤੇ ਉਦਾਂ ਦਾ ਥਾਨ ਕਿਤੇ ਬਾਹਰ ਬਣਾਇਆ ਜਾਵੇ ਤੇ ਉਹਨੂੰ ਕਿਹਾ ਜਾਵੇ 1 ਘੰਟੇ ਲਈ ਰਹਿ, ਤੇ ਕਹਿੰਦਾ ਤੁਹਾਡਾ ਦਿਮਾਗ ਖਰਾਬ, ਮੈਂ ਕੋਈ ਇੱਥੇ ਰਵਾਂ। ਮਹਾਰਾਜ ਕਹਿੰਦੇ ਆ, ਉਰਦ ਮੁਖ ਕੁਚੀਲ ਬਿਕਲ ਨਰਕ ਘੋਰ ਗਬਾਰ, ਹਰ ਸਿਮਰਤ, ਓਏ ਉਹਦੇ ਸਿਮਰਨ ਵਿੱਚ ਜੁੜ ਜਾ। ਹਰ ਸਿਮਰਤ ਤੂੰ ਨਾ ਜਲੇ, ਤੂੰ ਨਹੀਂ ਜਲੇਗਾ, ਤੈਨੂੰ ਅੱਗ ਨਹੀਂ ਲੱਗੇਗੀ। ਇਹਦੇ ਮੈਂ ਵਿਸਥਾਰ ਕਰਨਾ ਚਾਹਾਂਗਾ। ਉਹ ਬਿਖਮ ਰਸਤਾ ਕੀ ਹੈ ਜੀ, ਜਿਹਨੂੰ ਕਹਿੰਦੇ ਬਿਖਮ ਥਾਨੋ ਜਿਨ ਰੱਖਿਆ ਤਿਸ ਤਿਲ ਨਾ। ਇਹਦਾ ਜਵਾਬ ਮਹਾਰਾਜ ਅੱਗੇ ਜਾ ਕੇ ਦਿੰਦੇ ਆ ਰਾਮਕਲੀ ਰਾਗ ਵਿੱਚ। ਗੁਰੂ ਗ੍ਰੰਥ ਸਾਹਿਬ ਦੀ ਇੱਕ ਨਾ ਵਿਲੱਖਣਤਾ ਜੀ, ਜੇ ਇੱਕ ਪਾਸੇ ਤੁਹਾਨੂੰ ਸਵਾਲ ਹੈ, ਸਮਝ ਨਹੀਂ ਆ ਰਹੀ, ਗੁਰੂ ਗ੍ਰੰਥ ਸਾਹਿਬ ਪੜ੍ਹੋ, ਉਹਦਾ ਹੀ ਜਵਾਬ ਤੁਹਾਨੂੰ ਅੱਗੇ ਜਾ ਕੇ ਮਿਲ ਜਾਵੇਗਾ। ਉਹ ਜਵਾਬ ਕੀ ਹੈ, ਉਹ ਬਿਖਮ ਰਸਤਾ ਕੀ ਹੈ? ਈਂਧਨ ਤੇ ਬੈ ਸੰਤਰ ਭਾਗੇ, ਮਾਟੀ ਕੋ ਜਲ ਦੈ ਦਿਸ ਤਿਆਗੇ, ऊपर चरण तले आकाश घट में सिंध कियो प्रगास। दो जी ये 4 पंक्तियों के अर्थ। ईंधन ते बै संतर भागे, बड़े ध्यान नाल सुनियो। अग दे विच लकड़ां पाईयां ते अग कह रही है मैं लकड़ां नूं सड़न नहीं देना। की ये काम संसारिक दुनिया च हो सकदा? दसो, अग बाहर मचदी पई है साडे घरां दे विच, है ना, ते असीं लकड़ां होर पाईए ते अग कहे कि मैं इन्हां लकड़ां नूं नहीं सड़न देना। की ये हो सकदा?
नहीं हो सकता। पर गुरु नानक दे घर च हो गया। ईंधन ते बैसंतर भागे, वो लकड़ा की है। बाबा फरीद जी कहते हैं गड़ेंदियां 6 माह, बच्चे नूं पूरी ओदी बनतर बनन वास्ते 6 महीने लग गए। वो लकड़ा की है, वो लकड़ा हन बच्चे दे अंदर बनिया हुई हड्डियां, ते अग है मां दे गर्भ दी, वो हड्डियां नूं मां दी गर्भ नहीं साड़दी पई। ईंधन ते बैसंतर भागे, लकड़ा पाइया गई, लकड़ा बन रही, लेकिन अग ओदे तो दौड़ रही है, कहती मैं तेनू पुत सड़न नहीं हो देना। ईंधन ते देखो, मैं तेनू फिर बेनती करा, गुरु ग्रंथ साहब जी महाराज ना वो कहते ना दौड़ मेरे तो, कहते मेरे नाल गल्लां कर, कहते रुक रुक के मेरे नाल गल्लां कर, आपां दोनों आपस गल्लां करिए। महाराज कहते ईंधन ते बैसंतर भागे, फिर अगे माटी को जल दह दिश त्यागे। असी एक मिट्टी का टुकड़ा लिया, वो असी पानी विच पा दिता, पानी कहता मैं तेनू नहीं गलन देना अपने विच। संसार दुनिया विच मिट्टी पावांगे, टब दे विच मिट्टी खुर जाएगी, लेकिन विज्ञान इस गल नूं मन गया जिथे बच्चा पैदा हो रहा उहदे आले दुआले पानी है, वो पानी दे विच है। ते दूसरी गल, असी सारे पिंडां दे रहन वाले हैं ना, असी 2-3 घंटे झोने नूं पानी लाइए ते पैर अपने उत्थे रखिए ते साडे पैरां तो स्किन जिहड़ी आ वो उतरनी शुरू हो जाती है। हुंदी है जां नहीं हुंदी? जां मेरियां धीआं भैणां पिंडां विच जदों कपड़े धुंदियां 2-2 3-3 घंटे, उन्हां दे हत्थां दी जिहड़ी स्किन है चिट्टी चिट्टी हो के उतरदी है, वो पानी स्किन नूं गाल लिया। लेकिन गुरु नानक दे घर दे विच देखो, वो जिथे बच्चा पल रहा उहदे आसे पासे पानी है, 9 महीने बच्चा उत्थे रह रहा, उहदा मास उह च नहीं गल रहा। माटी, क्योंकि सीर अपना मिट्टी दा बनिया होया ना, असीं कहने माटी को पुत्रा कैसे, ये सी मिट्टी का बनया होया, असीं आप मनते हैं। महाराज कहते ईंधन ते बैसंतर भागे, माटी को जल दह दिश त्यागे। फिर ऊपर चरण, अवस्था किया ऊपर चरण, तेरे पैर ऊपर सी, तले आकाश, आकाश क्या गया सिर नूं, सिर तेरा सीगा हेठले पासे। फिर महाराज कहते उस समय की सीगा, घट मैं सिंध कीओ प्रगास, घट मैं तेरे हिरदे दे विच परमात्मा ने अपनी जोत जगा दी, तेरे हिरदे दे विच परमात्मा ने अपनी जोत जगा दी। आ जिहड़ी अवस्था सी ना, इस अवस्था नूं क्या बिखम थानो जिन रखिया उन्हों ना भुल, तिस तिल ना। मैं बेनती करा, तुसी गुरुद्वारे आउंदे हो ना, देखो जदों तुसी घर तो चलदे हो, तुसी ये गल कहंदे हो कि असी गुरुद्वारे चले हैं। कदी किसी ने नहीं कहा मैं लंगर खान चलिया, पकौड़े खान चले। तुहाडे मूँह चों शब्द गुरुद्वारा ही निकलदा। ठीक है, वो चीज़ां बनाईयां हुंदियां साडे वास्ते है, लेकिन मैं बेनती करा, जदों तुसी घर तो गुरुद्वारे चलदे हो ना, चाहे गड्डी ते आ रहे हो, चाहे तुर के आ रहे हो, उस समय अपनी जबान दे नाल वाहिगुरू वाहिगुरू दा सिमरन करदे आया करो। फिर जदों अंदर आओगे, महाराज नूं नतमस्तक होगे, जिन्ना देर भी तुसी करोगे ना, मैं तुहानूं दावे ना कहना, उस समय तुहाडे अंदरों सफाई हो जाएगी। बिल्कुल जिहड़ा असी कूड़ कबार सवेर दा लैके बैठे सी ना, वो सारा साडा जिहड़ा बाहर निकल जाएगा। फिर जदों आओगे, आके अरदास करोगे, जे बाणी चलदी होएगी, कीर्तन चलदा होएगा, कथा चलदी होवेगी, साध संगत जी कदी तेरबा करके देखियो, उहदा फिर रस ही कुछ होर होवेगा, जिहड़ा पहलां कदी आया नहीं हैगा। क्योंकि असी सारे पिंडां दे रहन वाले हैं, खेतां 'च बीज खिलारदे हैं, कि असी भाई साहब जी वाह के ते नाल ही बीज सुੱਟ दिंदे हैं। पहलां असी खेत की सफाई करते हैं, वो चों घाह फूस जिहड़ा हैगा सारा बाहर कढ़ के ढेर ला ला के सफाई करते हैं, क्योंकि सानू पता बीज दे नाल असी खाद भी पाउणी है। ये ना होवे कि खाद जिहड़ी है बीज नूं लगन दी बजाय उस घाह नूं लग जावे ते ओह घाह जिहड़ा पहलां उग पवे, बीज साडा रह जावे। आ जिहड़ा वाहिगुरू वाहिगुरू गुरुद्वारे वल आउण तो पहलां तुसी रस्ते विच करना, इन्ने साडे अंदर दे जिहड़े काम है, क्रोध है, ये जिहड़े वैरी है, जिन्हों महाराज ना उपरले श्लोक विच कहते सीगे, जीते पंच बैराइया, ये जिहड़े पंज जिहड़े साडे वैरी है ना, इन्हां नूं फिर वो काबू जिहड़ा वो कर देणगे। आओ आपां शब्द की संपूर्णता करिए। आखिरी पंक्ति एक बारी फिर, बामन बिरथा गयो जन्म, जिन कीतो सो विसरे, जिन कीतो सो विसरे। जदों असी परमात्मा नूं भुलदे आ ना, ते साध संगत जी गुरु ग्रंथ साहब जी कहते हैं, आखां जीवां बस जिन कीतो सो हर बिसरत सदा खुआरी,
ताकू धोखा कहाँ व्यापे जाकू ओट तुहारी बिन सिमरन जो जीवन बलना सर्प जैसे। सिमरन तो बगैर तू एक सप दी न्याई है। ये गुरु ग्रंथ साहब जी कह रहे, गुरु अर्जन देव जी, बिन सिमरन जो जीवन बलना सर्प जैसे। अरजारी नव खंडन को राज कमावे अंत चलेगो हारी। सिमरन सिखा तेरे वास्ते बहुत जरूरी है। सुखमनी साहब पढ़ते हो, महाराज कहते हैं प्रभ कै सिमरन रिद सिद्ध नौ निध। प्रभ कै सिमरन अनहद। कदी करके देखो, जिन्ना सिमरन ज्यादा करोगे तुहाडे शरीर दे विच झुंझनी पैदा हो जाएगी। ये आउंदी है जी, प्रभ कै सिमरन अनहद झुनकार। अनहद झुनकार, झुंझनी सी ਉਹਦਾ ਕੰਬਦਾ ਜਦੋਂ सिमरन ਉਹਦੇ ਅੰਦਰ कर गया, ਉਹਦੇ शरीर ਦੇ ਵਿੱਚ ਜਿਹੜੀ ਇਹ ਝੁੰਝਣੀ पैदा ਹੁੰਦੀ है। महाराज कहते हैं कि तू कहते विद्वान बनिया, सिर्फ बाहरी ज्ञान लिया ते गुरु ग्रंथ साहब नाल सिर्फ जुड़िया इस करके है लोगों के कोलों पैसे कमाने वास्ते, पर अंदर तेरा कहते खाली है। कहते ते महाराज कहते तेरा जन्म जिहड़ा ना वो बिरथा गया, वो व्यर्थ गया, वो किसे काम नहीं आया। जिन की तो सो विसरे एक प्रमाण आखिरी दे के संपता वाल आवा। इस शरीरा मेरिया, गुरु अमरदास जी पूछते हैं शरीर नूं, इस जग में आए क्या तुद कर्म कमाया। दसो हुण जरा, लिखो अपनी कापी ते लिखिए आपां सारे जाने कि जदों तो आए हैं, जां इदां कह लीए जदों तो होश आई है, गुरु ग्रंथ साहब की समझ आई है। देखो मैं अज भी बेनती कर रहा सी, कुछ पाप हुंदे आ साडे अचेत पाप, कुछ पाप हुंदे आ चेत पाप। जिहड़े अचेत पाप है उन्हां दी सज़ा नहीं मिलनी, जिहड़े चेत पाप है सिखा तू वो चों नहीं बच सकदा, जो मर्जी कर लै। क्योंकि जदों तैनूं समझ आ गई फिर तू जिहड़े पाप कर रहा उन्हां दी सज़ा तेरे वास्ते लिखी है। जदों तू अनजान पुणे विच पाप कर रहा, तेनों उहदे बारे नहीं पता, ना दसिया ज्ञानी ने, ना दसिया विद्वान ने, ना तेनों सोझी आई है। महाराज कहते ओदा कोई गल नहीं, फिर उहदे वास्ते महाराज कहते भुल्लन अंदर सब को। असी ना ये पंक्ति हर थां ते इस्तेमाल करते हैं जी। पाप करके जिन्हों पता है कि मैं पाप किया, वह भी कहता, महाराज कहता ही है जी भुल्लन अंदर सब को। ये उन्हां वास्ते नहीं है, ये उन्हां वास्ते है जिहड़े अचेत बिरती दे विच जी रहे हैं, जिन्होंने हले सोझी नहीं है, जिन्होंने हले ज्ञान नहीं है। महाराज कहते मैं लई सी पौड़ी, ए शरीरा मेरिया इस जग में आए क्या तुद कर्म कमाया, के कर्म कमाया तुद शरीरा जाथू जग में आया। जिन हर तेरा रचन रचिया सो हर मनना गुर प्रसादी। महाराज कहते फिर वही किते बख्शिश हो जाए, तेनू सोझी आ जाए। कहे नानक यह शरीर प्रवान हुआ जिन सतगुर स्यो चित। ये हुण तुहाडी मर्जी या साडी मर्जी नाल मिल के आपां इस शरीर नूं प्रवान करना, या कुत्तियां बिल्लियां दी बजाए इनू असी जिहड़ा इहदी खे खुआरी करनी। महाराज कहते कहे नानक यह शरीर प्रवान हुआ जिन सतगुर स्यो चित लाया, जिन सतगुर स्यो चित लाया। इतनियां को बेनतियां प्रवान करनियां, होईयां भुल्लां चुकां खिमा करनियां। कल नूं आपां जिहड़ा अगला श्लोक है वह लवांगे, सूरठ सोरस पीजिए कबहू ना फीका होए। वो फिर जिहड़ा रस ना आउंदा, वो फिर जिहड़े दुनियावी रस ना वो सारे फिक्के हो जाते हैं। फिर उहदा जिहड़ा रस ना वो सब तो जानी कि उत्तम ते निर्मल है। इतनियां को बेनतियां प्रवान होईयां, भुल्लां चुकां खिमा करनियां। वाहिगुरू जी का खालसा, वाहिगुरू जी की